सत श्री अकाल जी। प्रोग्राम खास मुलाकात ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਗੱਲ ਇਹ ਹੈ ਕਿ ਦੁਨੀਆ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਲਈ ਜਿਉਂਦੇ ਨੇ ਤੇ ਬਹੁਤ ਸਾਰੇ ਐਸੇ ਲੋਕ ਵੀ ਸਾਨੂੰ ਮਿਲ ਜਾਂਦੇ ਨੇ ਜਿਹੜੇ ਆਪਣੇ ਪਰਿਵਾਰ ਲਈ ਜਿਉਣ ਦੇ ਨਾਲ ਆਪਣੇ ਸਮਾਜ ਲਈ ਤੇ ਹੋਰਨਾਂ ਲਈ ਵੀ ਬਹੁਤ ਕੰਮ ਕਰਦੇ ਨੇ। ਉਹਨਾਂ 'ਚੋਂ ਇੱਕ ਨਾਂ ਹੈ ਹਰਨੇਕ ਸਿੰਘ ਰੰਧਾਵਾ ਦਾ। ਰੰਧਾਵਾ ਸਾਹਿਬ ਭਾਵੇਂ ਅੱਜ ਕੱਲ੍ਹ ਕੈਲਗਰੀ ਰਹਿੰਦੇ ਨੇ, ਲੇਕਿਨ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਉਹਨਾਂ ਨੇ ਹਰਨੇਕ ਹੈਲਪਲਾਈਨ ਇੱਕ YouTube ਚੈਨਲ ਸ਼ੁਰੂ ਕੀਤਾ। ਉਹਦੇ ਨਾਲ ਉਹਨਾਂ ਦਾ ਇੱਕ ਬਹੁਤ ਵੱਡਾ ਗਰੁੱਪ ਤਿਆਰ ਹੋ ਗਿਆ ਤੇ ਗਰੁੱਪ ਜੋ ਹੈ ਉਹ ਵੱਡੇ ਕੰਮ ਕਰ ਰਿਹਾ ਹੈ। ਕੀ ਕੰਮ ਕਰ ਰਿਹਾ ਹੈ, ਕਿਸ ਤਰ੍ਹਾਂ ਦਾ ਉਹਨਾਂ ਦਾ ਏਮ ਹੈ ਜ਼ਿੰਦਗੀ ਦਾ, ਕੀ ਉਹ ਕਰਨਾ ਚਾਹੁੰਦੇ ਨੇ ਇਸ ਗਰੁੱਪ ਰਾਹੀਂ, ਬਹੁਤ ਸਾਰੇ ਸਵਾਲ ਨੇ ਜਿਹੜੇ ਉਹਨਾਂ ਨਾਲ ਆਪਾਂ ਕਰਨੇ ਨੇ ਤੇ ਉਹਨਾਂ ਤੋਂ ਉਹਨਾਂ ਦੇ ਜਵਾਬ ਲੈਣੇ ਨੇ। ਰੰਧਾਵਾ ਸਾਹਿਬ, ਤੁਹਾਡਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਵਾਲੇ ਸਾਹਿਬ ਜੀ ਦਾ ਦਿਲੋਂ ਧੰਨਵਾਦ, ਤੁਸੀਂ ਟਾਈਮ ਦਿੱਤਾ ਔਰ ਸ਼ੁਕਰਗੁਜ਼ਾਰ हैं ਚੜ੍ਹਦੀ ਕਲਾ ਟਾਈਮ TV ਦੇ ਜਿਨ੍ਹਾਂ ਨੇ ਸਮਾਂ ਦਿੱਤਾ। ਰੰਧਾਵਾ ਸਾਹਿਬ, ਸ਼ੁਰੂਆਤ ਇਹ ਤੋਂ ਕਰਦੇ ਹਾਂ, ਇਹ ਕੀ ਹੈ ਤੁਹਾਡਾ ਹੈਲਪਲਾਈਨ? ਇਹ ਕੋਈ ਪੇਜ ਹੈ ਤੁਹਾਡਾ, ਕੀ ਹੈ ਜਿਹੜਾ ਮੈਂ ਦੇਖ ਰਿਹਾ YouTube ਤੇ? ਵਾਲੇ ਸਾਹਿਬ, ਐਕਚੁਅਲੀ YouTube ਤੇ ਮੇਰਾ ਚੈਨਲ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ। ਔਰ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਜਦੋਂ 2013 'ਚ ਮੈਂ ਕੈਨੇਡਾ ਗਿਆ ਤੇ ਮੈਂ ਵੀਡੀਓ ਪਾਉਣੇ ਸ਼ੁਰੂ ਕੀਤੇ ਸੀਗੇ ਕਿ ਤੁਸੀਂ ਕੈਨੇਡਾ ਦੇ ਵਿੱਚ ਐਜ਼ ਏ ਟਰੱਕ ਡਰਾਈਵਰ ਕਿੱਦਾਂ ਆ ਸਕਦੇ ਹੋ। ਤੇ ਕਿਉਂਕਿ ਮੇਰੀ ਇੱਕ ਬਹੁਤ ਲੰਬੀ ਤਵੀਲ ਜੋ ਹੈ ਉਹ ਸਟਰਗਲ ਰਹੀ ਹੈ 15-20 ਸਾਲ ਦੀ ਗਲਫ ਕੰਟਰੀ ਦੇ ਵਿੱਚ, ਅਰਬ ਕੰਟਰੀਆਂ ਦੇ ਵਿੱਚ ਤੇ ਅਫਰੀਕਨ ਕੰਟਰੀਜ਼ ਦੇ ਵਿੱਚ, ਲਾਸਟ ਦੇ ਵਿੱਚ ਸਾਊਥ ਈਸਟ ਏਸ਼ੀਆ ਦੇ ਵਿੱਚ। ਸੋ ਕੋਈ ਦੱਸਣੇ ਵਾਲਾ ਨਹੀਂ ਸੀਗਾ ਕਿ ਕੈਨੇਡਾ ਕਿੱਦਾਂ ਜਾ ਮਿਲਿਆ ਤੁਹਾਨੂੰ, ਇਹ ਕਿਉਂ ਤੁਸੀਂ ਇਹ ਸ਼ੁਰੂ ਕੀਤਾ? ਲੋਕ ਤਾਂ ਜਾਂਦੇ ਨੇ, ਟਰੱਕ ਚਲਾਉਂਦੇ ਨੇ, ਪੈਸਾ ਕਮਾਉਂਦੇ ਨੇ। ਨਹੀਂ, ਐਕਚੁਅਲੀ ਇਹਦਾ ਜੋ ਮੇਨ ਰੀਜ਼ਨ ਹੀ ਇਹੀ ਹੈ ਕਿ ਜੋ 18-20 ਸਾਲ ਸਟਰਗਲ ਕੀਤੀ, ਕੋਈ ਦੱਸਣੇ ਵਾਲਾ ਨਹੀਂ ਸੀਗਾ ਕਿੱਦਾਂ ਕੈਨੇਡਾ ਪਹੁੰਚਿਆ ਜਾਂਦਾ। ਅੱਜ ਕੱਲ੍ਹ ਬਹੁਤ ਸੌਖਾ ਹੋ ਗਿਆ, ਪਿਛਲੇ 5-7 ਸਾਲ ਤੋਂ ਬਹੁਤ ਸੌਖਾ ਹੋ ਗਿਆ। ਸਟੂਡੈਂਟਸ ਜਾਂਦੇ ਨੇ ਤੇ ਟਰੱਕਰ ਵੀ ਜਾਂਦੇ ਨੇ, ਲੇਕਿਨ 2012-13 ਦੇ ਦੌਰਾਨ ਐਸਾ ਕੁਛ ਨਹੀਂ ਸੀਗਾ। ਆਲਮੋਸਟ ਟਰੱਕ ਡਰਾਈਵਰ ਕਿੱਦਾਂ ਜਾਂਦਾ ਕਿਸੇ ਨੂੰ ਕੋਈ ਨੌਲੇਜ ਨਹੀਂ ਸੀ। ਸੋ 2014 'ਚ ਮੈਂ ਇੱਕ ਵੀਡੀਓ ਪਾਇਆ ਸੀਗਾ, ਉਹ ਵੀਡੀਓ ਵਾਇਰਲ ਹੋ ਗਿਆ, ਉਹਦੇ ਮਿਲੀਅਨਸ ਦੇ ਵਿੱਚ ਵਿਊਜ਼ ਨੇ। ਕੀ ਖਾਸ ਸੀ ਉਹਦੇ 'ਚ? ਉਹ ਵੀਡੀਓ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਅਗਰ ਤੁਸੀਂ ਐਜ਼ ਏ ਟਰੱਕ ਡਰਾਈਵਰ, ਤੁਹਾਨੂੰ ਪਤਾ ਕਿ ਕੈਨੇਡਾ 'ਚ ਸਭ ਤੋਂ ਜ਼ਿਆਦਾ ਜੋ ਹਾਈਲੀ ਅਰਨ ਪ੍ਰੋਫੈਸ਼ਨ ਹੈ, ਜਿਹਦੇ ਜ਼ਿਆਦਾ ਪੈਸਾ ਬਣਦਾ ਹੈ, ਉਹ ਐਜ਼ ਏ ਟਰੱਕ ਡਰਾਈਵਰ ਜੋ ਆਪਾਂ ਟਰਾਲਾ ਚਲਾਉਂਦੇ ਹਾਂ, ਚਾਹੇ ਉਹ ਕੈਨੇਡਾ ਵਾਈਡ ਹੋਏ ਚਾਹੇ ਅਮਰੀਕਾ ਵਾਈਡ ਹੋਏ। ਸੋ ਉਹਦੇ 'ਚ ਚੰਗਾ ਪੈਸਾ ਬਣਦਾ। ਉਹ ਫਿਰ ਮੈਂ ਇੱਕ ਗਾਈਡ ਦੇ ਤੌਰ ਤੇ ਇੱਕ ਵੀਡੀਓ ਬਣਾਇਆ ਸੀਗਾ ਕਿ ਤੁਸੀਂ ਐਜ਼ ਏ ਟਰੱਕ ਡਰਾਈਵਰ ਤੁਹਾਨੂੰ ਮੈਂ ਕੱਟ ਰਿਹਾ ਜੀ। ਇਹ ਟਰੱਕ ਔਰ ਟਰਾਲਾ, ਇਹ ਦੋਨਾਂ 'ਚ ਫਰਕ ਹੈ ਨਾ? ਹਾਂਜੀ, ਟਰਾਲਾ ਵੱਡਾ ਹੁੰਦਾ, ਟਰੱਕ ਸਟ੍ਰੇਟ ਟਰੱਕ ਨੂੰ ਕਹਿੰਦੇ ਆ, ਜਿਹੜਾ ਆਰਟੀਕੂਲੇਟਡ ਨਹੀਂ ਹੁੰਦਾ। ਜਿਹੜਾ ਟਰਾਲਾ ਹੁੰਦਾ ਹੈ ਉਹ ਯੂਨਿਟ ਅਲੱਗ ਹੁੰਦੀ ਹੈ ਤੇ ਟ੍ਰੇਲਰ ਅਲੱਗ ਹੁੰਦਾ, ਜਿਹਨੂੰ ਇੱਥੇ ਆਪਾਂ ਪੰਜਾਬੀ ਫਿਰ ਉਹ ਚਲਾਉਣਾ ਜ਼ਿਆਦਾ ਔਖਾ ਹੁੰਦਾ? ਨਹੀਂ, ਦੇਖੋ ਮਾਂ ਦੇ ਢਿੱਡ 'ਚ ਤਾਂ ਕੋਈ ਵੀ ਤੁਸੀਂ ਕਦੇ ਵੀ ਕੁਝ ਸਿੱਖ ਕੇ ਨਹੀਂ ਆਉਂਦੇ, ਇੱਥੇ ਆ ਕੇ ਤੁਸੀਂ ਸਿੱਖ ਸਕਦੇ ਹੋ। ਲੇਕਿਨ ਦੋਨੋਂ ਦੇਖਿਆ ਜਾਂਦਾ, ਟਰਾਲਾ ਥੋੜਾ ਜਿਹਾ ਕੰਪਲੀਕੇਟਡ ਕਿਉਂਕਿ ਉਹਦੀ ਲੈਂਥ ਜ਼ਿਆਦਾ ਹੁੰਦੀ ਹੈ ਔਰ ਉਹਨੂੰ ਰਿਵਰਸ ਕਰਨ ਦਾ ਔਰ ਉਹਨੂੰ ਜਿੱਦਾਂ ਆਪਾਂ ਡਰਾਈਵ ਕਰਦੇ ਹਾਂ ਜਾਂ ਮੋੜ ਕੱਟਦੇ ਹਾਂ, ਉਹਦਾ ਜੋ ਲੈਂਥ ਦਾ ਹਿਸਾਬ ਕਿਤਾਬ ਹੈ ਉਹ ਥੋੜਾ ਜਿਹਾ ਕੰਪਲੀਕੇਟਡ। ਵਜ਼ਨ ਵੀ ਜ਼ਿਆਦਾ ਹੁੰਦਾ ਉਹ? ਹਾਂਜੀ, 80,000 ਪਾਉਂਡ ਜੋ ਅਸੀਂ ਕੈਰੀ ਕਰਦੇ ਹਾਂ ਜਦੋਂ ਆਪਾਂ ਲੀਗਲ ਲਿਮਿਟਸ ਦੇ ਵਿੱਚ 80,000 ਪਾਉਂਡ ਆਪਾਂ। ਤੇ ਜਿਵੇਂ ਤੁਸੀਂ ਦੱਸਿਆ ਕਿ ਹੋਰ ਕਾਫੀ ਪ੍ਰੋਫੈਸ਼ਨ ਤੋਂ ਜ਼ਿਆਦਾ ਪੈਸਾ ਉਹਦੇ 'ਚ ਹੈ। ਹਾਂਜੀ। ਤੇ ਕਿੱਥੇ ਚੱਲਦੇ ਹੋ? ਅਮਰੀਕਾ ਜਾਂਦੇ ਹੋ ਤੁਸੀਂ? ਤੁਸੀਂ ਅਗਰ ਕੈਨੇਡਾ ਵਾਈਡ ਵੀ ਚੱਲਦੇ ਹੋ ਔਰ ਅਗਰ ਅਮਰੀਕਾ ਨੂੰ ਚੱਲਦੇ ਹੋ ਤੇ ਆਲਮੋਸਟ ਅੱਜ ਦੇ ਜੋ ਮੋਟਾ ਹਿਸਾਬ ਲਗਾਈਏ ਤੇ 5,000 ਤੋਂ ਲੈ ਕੇ 8,000 ਡਾਲਰ ਇੱਕ ਡਰਾਈਵਰ ਜੋ ਹੈ ਉਹ ਬਣਾ ਸਕਦਾ ਜੀ ਮਹੀਨੇ ਦਾ। ਹਾਂਜੀ, ਠੀਕ ਹੈ। ਚਲੋ, ਇਹ ਗੱਲ ਤਾਂ ਹੋ ਗਈ ਵੀ ਤੁਸੀਂ ਪ੍ਰੋਫੈਸ਼ਨ ਦੀ, ਲੇਕਿਨ ਜਦੋਂ ਤੁਸੀਂ ਸੋਸ਼ਲ ਸਰਵਿਸ ਚਾਹੁੰਦੇ ਹੋ ਜੀ, ਉਹ ਮੈਂ ਜਾਣਨਾ ਚਾਹੁੰਦਾ, ਲੋਕਾਂ ਦਾ ਇੰਟਰਸਟ ਵੀ ਹੋਣਾ ਚਾਹੀਦਾ, ਉਹ ਕੀ ਹੈ? ਵਾਲੀ ਸਾਹਿਬ, ਇਸ ਤਰ੍ਹਾਂ ਹੈ ਕਿ ਸੋਸ਼ਲ ਸਰਵਿਸ ਮੈਂ ਕੋਈ ਅੱਜ ਤੋਂ ਜਾਂ 2013 ਤੋਂ ਜਦੋਂ ਮੈਂ ਕੈਨੇਡਾ ਦਾ ਗਿਆ ਉਦੋਂ ਨਹੀਂ ਮੈਂ ਕਰਦਾ। ਮੈਂ 92 ਦੇ ਵਿੱਚ ਜਦੋਂ ਸਟੱਡੀ ਖਤਮ ਕੀਤੀ ਹੈ, 93 'ਚ ਜਦੋਂ ਮੈਂ ਚੰਡੀਗੜ੍ਹ ਜੌਬ ਲੱਗਿਆ, ਉਦੋਂ ਤੋਂ ਮੈਂ ਆਪਣੇ ਏਰੀਏ ਦੇ ਵਿੱਚੋਂ ਲੋਕਾਂ ਨੂੰ ਜੌਬ 'ਤੇ ਲਗਵਾਉਣਾ ਸ਼ੁਰੂ ਕੀਤਾ ਕਿਉਂਕਿ ਮੇਰਾ ਬਚਪਨ ਤੋਂ ਜਾਂ ਸ਼ੁਰੂ ਤੋਂ ਇਸ ਤਰੀਕੇ ਦਾ ਰੁਝਾਨ ਰਿਹਾ ਕਿ ਅੱਜ ਕੋਈ ਮੁਲਕ ਦੀ ਸਰਹੱਦਾਂ 'ਤੇ ਲੜਾਈ ਨਹੀਂ ਲੱਗੀ ਹੋਈ ਜਿਹੜਾ ਕਿ ਤੁਸੀਂ ਦੇਸ਼ ਭਗਤੀ ਦਿਖਾਉਣੀ ਹੈ। ਅਸਲੀ ਦੇਸ਼ ਭਗਤੀ ਹੈ ਕਿਸੇ ਬੇਰੁਜ਼ਗਾਰ ਨੂੰ ਕੰਮ 'ਤੇ ਲਗਾਉਣਾ। ਸੋ ਮੇਰਾ ਸ਼ੁਰੂ ਤੋਂ ਇਸ ਤਰੀਕੇ ਦਾ ਰੁਝਾਨ ਸੀਗਾ। ਸੋ ਜਦੋਂ ਮੈਂ ਪਹਿਲੀ ਵਾਰ 93 'ਚ ਚੰਡੀਗੜ੍ਹ ਜੌਬ ਕਰਨੀ ਸ਼ੁਰੂ ਕੀਤੀ, ਉਦੋਂ ਵੀ ਮੈਂ ਆਪਣੇ ਪਿੰਡਾਂ 'ਚੋਂ ਮੁੰਡੇ ਲੈ ਕੇ ਤੇ ਉਹਨਾਂ ਨੂੰ ਕੰਮ 'ਤੇ ਲਗਵਾਉਂਦਾ ਰਿਹਾ। ਫਿਰ 99 ਜਦੋਂ ਮੈਂ ਆਰਮੀ ਜੁਆਇਨ ਕੀਤੀ ਹੈ, ਕਾਲਜ ਆਫ ਮਿਲਟਰੀ ਇੰਜੀਨੀਅਰਿੰਗ ਪੂਨਾ, ਉੱਥੋਂ ਮੈਂ ਡਿਪਲੋਮਾ ਕੀਤਾ ਤੇ ਉਹਦੇ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਜੋ ਪ੍ਰੋਜੈਕਟ ਸੀਗੇ ਉਹਦੇ 'ਚ ਹੈਵੀ ਅਰਥ ਮੂਵਿੰਗ ਪਲਾਂਟ ਆਪਾਂ ਆਪਰੇਟ ਕਰਦੇ ਸੀ, ਵੱਡੀਆਂ ਮਸ਼ੀਨਾਂ ਜਿੱਦਾਂ ਬੁਲਡੋਜ਼ਰ, ਗ੍ਰੇਡਰਸ। ਸੋ ਆਪਣੇ ਏਰੀਏ 'ਚੋਂ ਬੇਸ਼ੁਮਾਰ ਮੁੰਡਿਆਂ ਨੂੰ ਮੈਂ ਆਪਣੇ ਕੋਲ ਰੱਖ ਕੇ ਉਹ ਮਸ਼ੀਨਾਂ ਸਿਖਾ ਕੇ ਜੌਬ 'ਤੇ ਲਗਾਇਆ। ਸੋ ਇਹ ਸ਼ੁਰੂ ਤੋਂ ਰੁਝਾਨ ਰਿਹਾ ਲੋਕਾਂ ਦੀ ਹੈਲਪ ਕਰਨ ਦਾ। ਤੁਸੀਂ ਮਿਲਟਰੀ ਦੇ ਵਿੱਚ ਸਰਵਿਸ ਕਰਦੇ ਸੀ? ਮੈਂ ਮਿਲਟਰੀ ਦੇ ਵਿੱਚੋਂ ਡਿਪਲੋਮਾ ਕੀਤਾ ਸਰ।
ਅੱਛਾ, ਉਦੋਂ ਬਾਅਦ ਸਰਵਿਸ ਕਾਹਦੇ 'ਚ ਕੀਤੀ ਫਿਰ? ਸਰਵਿਸ ਮੋਸਟਲੀ ਜਿਹੜੀ ਹੈ ਉਹ ਜਿਹੜੇ NHI ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਜਿਹੜੇ ਪ੍ਰੋਜੈਕਟਸ ਹੁੰਦੇ ਆ, ਜਿੱਦਾਂ ਬੰਬੇ ਪੁਣੇ ਐਕਸਪ੍ਰੈਸ ਹਾਈਵੇ ਹੋ ਗਿਆ, ਕੋਲਾਪੁਰ ਟੂ ਬੈਲਗਾਮ ਹੋ ਗਿਆ, ਅੰਬਾਲਾ ਚੰਡੀਗੜ੍ਹ ਹਾਈਵੇ ਹੋ ਗਿਆ, ਦਿੱਲੀ ਮੈਟਰੋ ਹੋ ਗਿਆ, ਇਹ ਜਿਹੜੇ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟ ਸੀਗੇ ਜਿਹੜੇ ਵਾਜਪੇਈ ਸਾਹਿਬ ਨੇ ਸ਼ੁਰੂ ਕੀਤੇ ਸੀਗੇ, ਉਹਨਾਂ ਦੇ ਵਿੱਚ ਅਸੀਂ ਕਾਫੀ ਸਾਲ ਕੰਮ ਕੀਤਾ। ਸੋ ਉਹਦੇ ਵਿੱਚ ਵੀ ਆਪਣੇ ਕਾਫੀ ਮੁੰਡਿਆਂ ਨੂੰ ਉਹ ਹੈਵੀ ਅਰਥਿੰਗ। ਫਿਰ ਕੈਨੇਡਾ ਕਿਵੇਂ ਰੁਝਾਨ ਬਣ ਗਿਆ? ਕੈਨੇਡਾ ਕਿਵੇਂ ਨਿਕਲ ਗਏ? ਕੈਨੇਡਾ ਦਾ ਸ਼ੁਰੂ ਤੋਂ ਸੀਗਾ ਕਿ ਕੈਨੇਡਾ ਅਗਰ ਪਹੁੰਚ ਜਾਈਏ ਤਾਂ ਬੜਾ ਚੰਗਾ, ਲੇਕਿਨ ਜਿਹੜੀ ਅੱਜ ਆਪਾਂ ਇੱਥੇ ਬੈਠ ਕੇ ਗੱਲ ਕਰ ਰਹੇ ਹਾਂ ਉਹਦਾ ਕਾਰਨ ਹੀ ਇਹੀ ਹੈ ਕਿ ਕੋਈ ਗਾਈਡ ਕਰਨ ਵਾਲਾ ਨਹੀਂ ਸੀ ਕਿ ਕੈਨੇਡਾ ਤੁਸੀਂ ਐਜ਼ ਏ ਟਰੱਕ ਡਰਾਈਵਰ ਕਿੱਦਾਂ ਜਾ। ਪਤਾ ਤਾਂ ਸੀਗਾ ਕਿ ਜਾਂਦੇ ਆ ਲੋਕ ਜਾਂ ਸ਼ਾਇਦ ਜਾਂਦੇ ਹੋਣੇ ਨੇ, ਲੇਕਿਨ ਕੋਈ ਇਹਦਾ ਕਲੀਅਰ ਵਿਊ ਪਿਕਚਰ ਨਹੀਂ ਸੀ। ਸੋ ਉਹ ਮੇਰਾ ਸ਼ੁਰੂ ਤੋਂ ਸੀਗਾ ਕਿ ਮੈਂ ਕੈਨੇਡਾ ਜਾਣਾ ਹੈ। ਉਹਦੇ ਵਾਸਤੇ ਫਿਰ ਕਈ ਅਰਬ ਕੰਟਰੀਆਂ, ਕਈ ਅਫਰੀਕਨ ਕੰਟਰੀਜ਼, ਬਾਅਦ ਚੋਂ ਸਿੰਗਾਪੁਰ ਮੈਂ 4-5 ਸਾਲ ਰਿਹਾ, ਫਿਰ ਸਿੰਗਾਪੁਰ ਤੋਂ ਮਾਈਗ੍ਰੇਟ ਹੋ ਕੇ ਫਿਰ ਮੈਂ ਕੈਨੇਡਾ ਗਿਆ ਜੀ। ਹੁਣ ਤੁਸੀਂ ਅਰਬ ਕੰਟਰੀ ਦੀ ਗੱਲ ਕੀਤੀ, ਅਸਲ ਜਿਹੜੇ ਮੁੱਦੇ ਤੇ ਆਈਏ ਜੀ, ਇਹ ਜਿਹੜਾ ਥੋੜਾ ਜ਼ਿਆਦਾ ਕੰਮ ਨਜ਼ਰ ਆਉਂਦਾ ਹੈ ਹਾਂਜੀ, ਉਹ ਜ਼ਿਆਦਾ ਇਹ ਕੰਟਰੀ ਦੇ ਵਿੱਚ ਜਿਹੜੀਆਂ ਲੇਡੀਜ਼ ਸਾਡੀਆਂ ਅਕਸਰ ਅਸੀਂ ਅਖਬਾਰਾਂ 'ਚ ਪਹਿਰੇ ਦਰਸ਼ਕੋ ਤੁਸੀਂ ਵੀ ਦੇਖਦੇ ਹੋ ਖਬਰਾਂ ਆਉਂਦੀਆਂ ਨੇ ਵੀ ਬੰਦੇ ਫਸ ਗਏ, ਔਰਤਾਂ ਫਸ ਗਈਆਂ ਉੱਥੇ। ਇਹ ਕੀ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਇੱਧਰ ਤੁਹਾਡਾ ਧਿਆਨ ਜ਼ਿਆਦਾ ਗਿਆ, ਇਹ ਕਿਉਂ ਗਿਆ ਤੇ ਇਹਦੇ ਬਾਰੇ ਦੱਸੋ ਸਾਨੂੰ। ਵਾਲੇ ਸਾਹਿਬ, ਜਦੋਂ ਮੈਂ ਵੀਡੀਓਜ਼ ਬਣਾ ਕੇ ਪਾਉਣੇ ਸ਼ੁਰੂ ਕੀਤੇ ਕਿ ਐਜ਼ ਏ ਟਰੱਕ ਡਰਾਈਵਰ ਤੁਸੀਂ ਕਿੱਦਾਂ ਆ ਸਕਦੇ ਹੋ, ਉਹਦੇ ਵਾਸਤੇ ਜਿਹੜੀ ਬੇਸਿਕ ਰਿਕੁਆਇਰਮੈਂਟ ਉਹ ਹੈਗੀ ਹੈ ਕਿ ਤੁਹਾਡੇ ਕੋਲ 2 ਸਾਲ ਦਾ ਓਵਰਸੀਜ਼ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਮੰਨ ਲਓ ਤੁਹਾਡੇ ਕੋਲ ਕਿਸੇ ਅਰਬ ਕੰਟਰੀ ਦਾ ਐਕਸਪੀਰੀਅੰਸ ਹੈ, ਸੋ ਅਰਬ ਕੰਟਰੀ ਵਾਲੇ ਵੀਰ ਮੇਰੇ ਨਾਲ ਜੁੜਨੇ ਜ਼ਿਆਦਾ ਸ਼ੁਰੂ ਹੋਏ ਔਰ ਉਹ ਤਾਦਾਦ ਹਜ਼ਾਰਾਂ ਦੀ ਬਜਾਏ ਫਿਰ ਲੱਖਾਂ 'ਚ ਚਲੀ ਗਈ। ਸੋ ਉਹ ਜਿਹੜੇ ਵੀਰ ਸਾਡੇ ਨਾਲ ਜੁੜੇ ਨੇ ਉਹ ਫਿਰ ਉਹਨਾਂ ਦੇ ਮੁੱਦੇ ਵੀ ਸਾਡੇ ਸਾਂਝੇ ਹੋ ਗਏ। ਸੋ ਉਹਦੇ ਕਰਕੇ ਜਿਹੜੇ ਲੋਕ ਜੁੜੇ ਨੇ, ਜਦੋਂ ਉੱਥੇ ਕੋਈ ਸਾਡੀ ਧੀ ਭੈਣ ਜਾਂਦੀ ਹੈ, ਉੱਥੇ ਫਸ ਜਾਂਦੀ ਹੈ, ਫਿਰ ਉਹ ਲੋਕਲ ਕਿਸੇ ਵੀਰ ਨੂੰ ਅਪਰੋਚ ਕਰਦੀ ਹੈ। ਫਸਦੀ ਕਿਵੇਂ ਹੈ ਪਹਿਲਾਂ ਤਾਂ? ਫਸਦੀ ਇੱਦਾਂ ਹੈ ਕਿ ਜ਼ਿਆਦਾਤਰ ਜਿਹੜੇ ਸਾਡੇ ਪੰਜਾਬ 'ਚੋਂ ਧੀਆਂ ਭੈਣਾਂ ਜਾਂਦੀਆਂ ਤੇ ਅਕਸਰ ਆਪਾਂ ਦੇਖਦੇ ਹਾਂ ਟੀਵੀ ਦੇ ਇੱਕ ਨੀਚੇ ਪੱਟੀ ਚੱਲਦੀ ਰਹਿੰਦੀ ਹੈ ਹਮੇਸ਼ਾ, ਅਰਬ ਕੰਟਰੀਆਂ ਜਾਓ ਜੀ, ਅਰੇ ਖਾਣਾ ਰਹਿਣਾ ਰਿਆਇਸ਼ ਸਭ ਕੁਝ ਫ੍ਰੀ ਹੈ ਔਰ ਇੰਨਾ 30-40-50 ਹਜ਼ਾਰ ਰੁਪਇਆ ਮਿਲੇਗਾ। ਸੋ ਜਿਹੜਾ ਸਾਡਾ ਇਹ ਪੰਜਾਬ ਦਾ ਏਜੰਟ ਕਰਦੇ ਨੇ। ਹਾਂਜੀ, ਇਹ ਸਾਰਾ ਦਿਨ ਟੀਵੀ ਤੇ ਐਡ ਆਉਂਦੀਆਂ ਰਹਿੰਦੀਆਂ ਲੋਕਲ ਟੈਲੀਵਿਜ਼ਨਸ ਤੇ ਹੁਣ ਪਿੰਡਾਂ ਗਰਾਵਾਂ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਐਂ ਲੱਗਦਾ ਕਿ ਮੈਂ ਆਪਣੇ ਘਰ ਦਾ ਕੁਝ ਸੁਧਾਰ ਕਰ ਲਵਾਂ। ਅੱਛਾ, ਘਰ ਦੀਆਂ ਪ੍ਰੋਬਲਮ, ਪਰੇਸ਼ਾਨੀਆਂ ਜਾਂ ਨਸ਼ੇ ਦੀ ਸਮੱਸਿਆ ਕੁਝ ਵੀ ਲਗਾ ਲਓ, ਉਹਨਾਂ ਨੂੰ ਐਂ ਹੁੰਦਾ ਕਿ ਚਲੋ ਅਸੀਂ ਆਪ ਚਲੇ ਜਾਈਏ। ਬਹੁਤ ਕੇਸਿਸ ਦੇ ਵਿੱਚ ਅਸੀਂ ਇਸ ਤਰ੍ਹਾਂ ਦੇਖਿਆ ਹੈ ਕਿ ਬੰਦਾ ਆਪ ਘਰ ਬੈਠਾ ਤੇ ਉਹਨੇ ਆਪਣੀ ਜਨਾਨੀ ਨੂੰ ਅਰਬ ਕੰਟਰੀ ਦੇ ਵਿੱਚ ਐਜ਼ ਏ ਨੌਕਰਾਨੀ ਭੇਜਿਆ ਹੋਇਆ ਜੀ। ਸੋ ਉਹ ਜ਼ਿਆਦਾਤਰ ਤਬਕਾ ਵੈਸੇ ਤਾਂ ਉਹ ਜਾਂਦਾ ਹੈ ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ, ਲੇਕਿਨ ਪੜ੍ਹੀਆਂ ਲਿਖੀਆਂ ਵੀ ਬਹੁਤ ਕੁੜੀਆਂ ਜਾਂਦੀਆਂ। ਔਰ ਤਰਾਸਦੀ ਇਹ ਹੈ ਕਿ ਜਿਹੜੀਆਂ ਕੁੜੀਆਂ ਪੜ੍ਹੀਆਂ ਲਿਖੀਆਂ ਜਾਂਦੀਆਂ ਹੈ ਉਹ ਜਾ ਕੇ ਉੱਥੇ ਦਲਾਲੀ ਸ਼ੁਰੂ ਕਰ ਦਿੰਦੀਆਂ ਸਾਡੀਆਂ ਆਪਣੀਆਂ ਧੀਆਂ ਭੈਣਾਂ ਦੀ। ਉਹ ਫਿਰ ਉਹਨਾਂ ਨਾਲ ਜਿਹੜੇ ਉੱਥੇ ਮਤਲਬ ਉਹ ਖੁਦ ਏਜੰਟ ਬਣ ਜਾਂਦੀਆਂ, ਪਿੰਪਸ ਬਣ ਜਾਂਦੀਆਂ, ਅੱਛਾ, ਜਿਹੜੀਆਂ ਕਿ ਅੱਗੇ ਫਿਰ ਇੱਥੋਂ ਕੁੜੀਆਂ ਬੁਲਾ ਕੇ ਤੇ ਉਹਨੂੰ ਪ੍ਰੋਸਟੀਟਿਊਸ਼ਨ ਦੇ ਧੰਦੇ ਦੇ ਵਿੱਚ ਪਾ। ਸਿੰਪਲ ਆ ਜਿਹੜੀ ਤੁਸੀਂ ਹੁਣ ਗੱਲ ਕਹੀ ਹੈ ਕਿ ਜਿਸ ਕਿਸਮ ਦਾ ਕੰਮ ਉੱਥੇ ਜਿਹੜਾ ਕਿਹਾ ਜਾਂਦਾ ਕਿ ਉੱਥੇ ਤੁਹਾਨੂੰ ਸਰਵਿਸ ਮਿਲੂ, ਉੱਥੇ ਸਰਵਿਸ ਕੋਈ ਨਹੀਂ ਮਿਲਦੀ। ਨਹੀਂ, ਇਹ ਸਿਰਫ ਤੁਹਾਨੂੰ ਵਰਗਲਾਉਣ ਦਾ ਇੱਕ ਤਰੀਕਾ ਹੈ ਕਿ ਤੁਹਾਨੂੰ ਅਸੀਂ ਮਾਲ ਦੇ ਵਿੱਚ ਕੰਮ ਦੇਵਾਂਗੇ। ਮੋਸਟ ਆਫ ਦੈਮ ਅਗਰ ਕਿਸੇ ਨੂੰ ਘਰ ਦੇ ਵਿੱਚ ਹਾਊਸਮੇਟ ਦਾ ਕੰਮ ਮਿਲਿਆ ਵੀ ਹੈ ਤੇ ਉਹਨਾਂ ਨਾਲ ਉੱਥੇ ਬਹੁਤ ਮਤਲਬ ਦੁਰਵਿਵਹਾਰ ਹੁੰਦਾ, ਬਹੁਤ ਜ਼ਿਆਦਾ ਮਾੜੇ ਉਹਨਾਂ ਦੇ ਹਾਲਾਤ ਹੁੰਦੇ ਨੇ, ਰਹਿਣਾ ਖਾਣਾ ਪੀਣਾ ਬਹੁਤ ਗੰਦਾ ਹੁੰਦਾ, ਸ਼ੋਸ਼ਣ ਜ਼ਿਆਦਾ ਹੁੰਦਾ। ਪੂਰਾ ਸ਼ੋਸ਼ਣ ਹੈ ਜੀ, ਪੂਰਾ ਸ਼ੋਸ਼ਣ ਹੈ। ਅਗਰ ਤੁਸੀਂ ਇੰਝ ਸਮਝ ਲਓ ਕਿ ਮੋਟੇ ਅੰਦਾਜ਼ੇ ਦੇ ਵਿੱਚ ਕਿ 90% ਤੋਂ ਜ਼ਿਆਦਾ ਕੁੜੀਆਂ ਦਾ ਮਤਲਬ ਬੈਡਲੀ ਐਕਸਪਲੋਇਟੇਸ਼ਨ ਹੁੰਦਾ ਹੈ ਜੀ। ਤੇ ਇਹ ਕੁੜੀਆਂ ਜਦੋਂ ਤੁਸੀਂ ਕਿੰਨੀਆਂ ਕੁੜੀਆਂ ਛਡਾਈਆਂ ਨੇ ਹੁਣ ਤੱਕ? ਕਰੀਬ 125 ਦੇ ਲਾਗੇ ਤੱਕ ਧੀਆਂ ਭੈਣਾਂ ਨੇ ਪੰਜਾਬ ਦੀਆਂ ਔਰ ਅਦਰ ਸਟੇਟਸ ਦੀਆਂ ਜਿਹੜੀਆਂ ਸੀ ਛਡਾ ਕੇ ਤੇ ਛਡਾਉਣ ਦਾ ਮਤਲਬ ਕਿ ਉਹ ਆਪ ਆਉਣਾ ਚਾਹੁੰਦੀਆਂ ਸੀ, ਉਹਨਾਂ ਨੂੰ ਆਉਣ ਨਹੀਂ ਦਿੰਦੇ ਸੀ ਜਾਂ ਕੀ ਸੀ ਚੱਕਰ ਉੱਥੇ? ਐਕਚੁਅਲੀ ਤੁਸੀਂ ਇਹ ਸਮਝ ਲਓ ਕਿ ਜਿਹਨੂੰ ਆਪਾਂ ਸਲੇਵਰੀ ਕਹਿੰਦੇ ਆ, ਜਿਹਨੂੰ ਆਪਾਂ ਬੰਧੂਆ ਮਜ਼ਦੂਰੀ ਕਹਿੰਦੇ ਆ। ਸੋ ਇਹ ਜਦੋਂ ਕਿਸੇ ਏਜੰਸੀ ਤੋਂ ਕੁੜੀਆਂ ਇੱਥੋਂ ਜਾਂ ਤਾਂ ਵਿਜ਼ਟਰ ਵੀਜ਼ੇ ਤੇ ਜਾਂਦੀਆਂ ਨੇ ਜਾਂ ਕੋਈ ਏਜੰਸੀ ਉਹਨਾਂ ਨੂੰ ਉੱਥੇ ਵਿਜ਼ਟਰ ਵੀਜ਼ੇ ਤੇ ਬੁਲਾ ਲੈਂਦੀ ਹੈ ਤੇ ਜਿਹੜੇ ਅਰਬੀ ਨੇ ਉਹਨਾਂ ਦਾ 2 ਸਾਲ ਦਾ ਇੱਕ ਮੁਸ਼ਤ ਰਕਮ ਦੇ ਕੇ ਉਹਨਾਂ ਨੂੰ ਖਰੀਦ ਲੈਂਦੇ ਆ। ਕਿਹਨੂੰ ਦਿੰਦੇ ਨੇ ਉਹ? ਜਿਹੜੇ ਏਜੰਸੀਆਂ ਵਾਲੇ। ਹਾਲਾਂਕਿ ਇਹਨਾਂ ਨੂੰ ਕੁਝ ਨਹੀਂ ਦਿੰਦੇ, ਇਹਨਾਂ ਨੂੰ ਕੁਝ ਨਹੀਂ ਦੇਣਾ ਉਹਨਾਂ ਨੇ। ਅੱਛਾ, ਇਹਨਾਂ ਨੂੰ ਦੇਣੀ ਹੈ ਮੰਥਲੀ ਸੈਲਰੀ ਤੇ ਉਹ ਮੰਥਲੀ ਸੈਲਰੀ ਕਈ ਵਾਰ 6 ਮਹੀਨੇ ਦੀ ਦਿੱਤੀ, 7 ਮਹੀਨੇ ਦੀ ਦਿੱਤੀ ਨਹੀਂ ਦਿੱਤੀ ਤੇ ਨਾ ਦਿੱਤੀ। ਲੇਕਿਨ ਜਿਹੜਾ ਐਕਸਪਲੋਇਟੇਸ਼ਨ ਹੈ ਉਹ ਕੰਟੀਨਿਊ ਹੋਇਆ। ਸਵੇਰੇ 4 ਵਜੇ ਤੋਂ ਇੱਕ ਕੁੜੀ ਦੀ ਰੂਟੀਨ ਸ਼ੁਰੂ ਹੁੰਦੀ ਹੈ ਔਰ ਰਾਤ ਨੂੰ 11 11:30 ਵਜੇ ਤੱਕ। ਉਹ ਜਿਹੜੀ ਸਰੀਰਕ ਸ਼ੋਸ਼ਣ ਤੋਂ ਇਲਾਵਾ ਉਹ ਤਾਂ ਕਰਨਾ ਹੀ ਹੈ। ਮਤਲਬ ਜਿਹੜਾ ਘਰ ਦਾ ਕੰਮ ਹੈ ਉਹ ਵੀ ਕਰਨਾ ਬਹੁਤ ਜ਼ਿਆਦਾ ਹੈ। ਉਹਨਾਂ ਨੇ ਗੱਡੀਆਂ ਵੀ ਧੋਣੀਆਂ ਨੇ, ਤੁਹਾਡਾ ਪੂਰਾ ਘਰ ਵੀ ਸਾਫ਼ ਕਰਨਾ ਹੈ, ਤੁਸੀਂ ਖਾਣਾ ਵੀ ਬਣਾਉਣਾ ਹੈ। ਔਰ ਤੁਸੀਂ ਦੇਖੋ ਕਿ ਉੱਥੇ ਸਾਰਾ ਨੌਨ ਵੈਜ ਹੈ, ਸਵੇਰ ਤੋਂ ਸ਼ਾਮ ਤੱਕ ਨੌਨ ਵੈਜ ਹੈ। ਸਾਡੀਆਂ ਧੀਆਂ ਭੈਣਾਂ ਦੇ ਹੱਥ ਜਿਹੜੇ ਨੇ 24 ਘੰਟੇ ਨੌਨ ਵੈਜ ਦੇ ਵਿੱਚ ਰਹਿੰਦੇ ਨੇ। ਔਰ ਉਹਦੇ ਬਾਅਦ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਹੁੰਦਾ, ਮਾਨਸਿਕ ਸ਼ੋਸ਼ਣ ਵੀ ਹੁੰਦਾ। ਘਰੇ ਫੋਨ ਵੀ ਨਹੀਂ, ਫੋਨ ਤੁਹਾਡਾ ਖੋਹ ਲੈਂਦੇ ਆ, ਗੱਲ ਨਹੀਂ ਕਰਨ ਦਿੰਦੇ। ਕਰਦਾ ਕੌਣ ਹੈ ਸਰੀਰਕ ਸ਼ੋਸ਼ਣ? ਜਿਹੜਾ ਇੰਪਲੋਇਰ ਹੈ, ਜੋ ਮਾਲਕ, ਜਿਹੜਾ ਮਾਲਕ ਹੈ।
ਯਾਨੀ ਉਹਦੇ ਘਰ ਦੀਆਂ ਜਨਾਨੀਆਂ ਨਹੀਂ ਹੁੰਦੀਆਂ ਉਹਦੀਆਂ ਉੱਥੇ? ਹੁੰਦਾ ਸਾਰਾ ਕੁਝ ਹੀ ਹੈ ਜੀ, ਲੇਕਿਨ ਉਹਨਾਂ ਦੇ ਘਰ ਦੀਆਂ ਜਨਾਨੀਆਂ ਉਹਨਾਂ ਸਾਹਮਣੇ ਨਹੀਂ ਬੋਲ ਸਕਦੀਆਂ, ਕਿਉਂਕਿ ਉੱਥੇ ਦਾ ਜਿਹੜਾ ਕਲਚਰ ਹੈ ਉਹ ਅਲੱਗ ਹੈ। ਅਗਰ ਅਸੀਂ ਇਹਨਾਂ ਦੇ ਪੁਰਾਤਨ ਕਲਚਰ ਦੇ ਵਿੱਚ ਜਾਈਏ, ਇਹਨਾਂ ਦੇ ਕੀ ਘਰ ਜਿੱਦਾਂ ਆਪਣੇ ਇੱਥੇ ਦਾਜ ਦੇਣ ਦਾ ਰਿਵਾਜ ਸਮਝ ਲਓ ਹੈਗਾ, ਉੱਥੇ ਪੁਰਾਣੇ ਟਾਈਮਾਂ ਦੇ ਵਿੱਚ ਗੁਲਾਮ ਦੇਣ ਦਾ ਰਿਵਾਜ ਸੀ। ਜਦੋਂ ਧੀ ਵਿਆਹੀ ਤੇ ਨਾਲ ਗੁਲਾਮ ਦਿੱਤੇ। ਇਹ ਸਾਨੂੰ ਅੱਜ ਵੀ ਗੁਲਾਮ ਸਮਝਦੇ ਆ ਕਿ ਜਿਹੜੀ ਧੀ ਭੈਣ ਜਾਂ ਕੋਈ ਕੁੜੀ ਮੁੰਡਾ ਅਸੀਂ ਕੰਮ ਤੇ ਰੱਖਿਆ ਹੈ, ਇਹ ਸਾਡਾ ਗੁਲਾਮ ਹੀ ਹੈ। ਅਸੀਂ ਇਹਦੇ ਤੋਂ ਜਿੱਦਾਂ ਮਰਜ਼ੀ ਕੰਮ ਲਈਏ ਤੇ ਜਿੰਨੇ ਮਰਜ਼ੀ ਘੰਟੇ ਕੰਮ। ਇੱਕ ਘਰ 'ਚ ਕਿੰਨੇ ਕੁ ਜਿਹੜੇ ਇਸ ਤਰ੍ਹਾਂ ਦੀਆਂ ਔਰਤਾਂ? ਇਹ ਡਿਪੈਂਡ ਕਰਦਾ ਹੈ ਕਿ ਅਰਬੀ ਦਾ ਜੋ ਘਰ ਹੈ ਉਹ ਕਿੰਨਾ ਕੁ ਵੱਡਾ ਹੈ ਜਾਂ ਉਹਦਾ ਬਿਜ਼ਨਸ ਕਿਹੋ ਜਿਹਾ ਹੈ। ਲੇਕਿਨ ਆਮ ਤੌਰ 'ਤੇ ਜਿਹੜੇ ਮਿਡਲ ਕਲਾਸ ਜਿਹੜੇ ਅਰਬੀ ਆ, ਉਹਨਾਂ ਸਾਰੇ ਘਰਾਂ 'ਚ ਇੱਕ ਹਾਊਸਮੇਡ ਹੈਗੀ ਹੈ, ਕਈਆਂ ਦੇ 2-2 3-3 ਵੀ ਹੈਗੀਆਂ। ਕਿਹੜੇ ਕੰਟਰੀ 'ਚ ਜ਼ਿਆਦਾ ਕੁੜੀਆਂ ਫਸਦੀਆਂ ਨੇ? ਸਭ ਤੋਂ ਜ਼ਿਆਦਾ ਜਿਹੜੀ ਕੁੜੀਆਂ ਦੇ ਕੇਸਿਸ ਆਉਂਦੇ ਨੇ, ਸਭ ਤੋਂ ਜ਼ਿਆਦਾ ਦੁਬਈ ਔਰ ਸਾਊਦੀ ਅਰਬ। ਅੱਛਾ, ਇੱਥੇ ਜ਼ਿਆਦਾ? ਸਭ ਤੋਂ ਜ਼ਿਆਦਾ, ਕਿਉਂਕਿ ਦੁਬਈ ਦੇ ਵਿੱਚ ਇਹ ਜਿਹੜਾ ਕੰਮ ਪ੍ਰੋਸਟੀਟਿਊਸ਼ਨ ਦਾ ਜਾਂ ਜਿਹੜਾ ਵੀ ਗਲਤ ਧੰਦੇ ਨੇ, ਉਹ ਸਾਡੇ ਇੰਡੀਅਨ ਵੀ ਰੱਜ ਕੇ ਕਰਦੇ ਨੇ ਤੇ ਸਾਡੇ ਪਾਕਿਸਤਾਨੀ ਵੀ ਬਹੁਤ ਕਰਦੇ ਆ। ਨਹੀਂ, ਇੰਡੀਅਨ ਰੱਜ ਕੇ ਕਰਨ ਦਾ ਮਤਲਬ ਕਿ ਲੈ ਕੇ ਜਾਂਦੇ ਨੇ ਕਿ ਖੁਦ ਲੈ ਕੇ ਵੀ ਜਾਂਦੇ ਆ ਤੇ ਅੱਗੇ ਫਿਰ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਕਿ ਦੂਸਰੇ ਕੰਮ ਦੇ ਵਿੱਚ ਧੱਕਿਆ ਜਾਵੇ। ਜਿਹੜੀ ਫਿਰ ਮਨਾ ਕਰਦੀ ਹੈ ਉਹਨੂੰ ਫਿਰ ਮਾਰਿਆ ਕੁੱਟਿਆ ਜਾਂਦਾ ਹੈ। ਕਈ ਹਫ਼ਤੇ ਖਾਣਾ ਪਾਣੀ ਉਹਦਾ ਬੰਦ ਕਰ ਦਿੱਤਾ ਹੈ। ਇੱਕ ਅੱਧੀ ਚਾਹ ਜਾਂ ਇੱਕ ਅੱਧੇ ਬ੍ਰੈਡ ਤੇ ਉਹਨੂੰ ਰੱਖਿਆ ਜਾਂਦਾ ਹੈ ਕਿ ਉਹ ਟੁੱਟ ਕੇ ਖੁਦ ਹੀ ਹਾਂ ਕਰਦੇ ਕਿ ਮੈਂ ਇਹ ਕੰਮ ਕਰਨਾ। ਤੇ ਉਹ ਘਰੇ ਫੋਨ ਵਗੈਰਾ ਨਹੀਂ ਕਰਦੇ? ਫੋਨ ਉਹਨਾਂ ਤੋਂ ਖੋਹ ਲੈਂਦੇ ਜੀ, ਫੋਨ ਨਹੀਂ ਹੁੰਦਾ। ਉਹ ਫਿਰ ਅਗਰ ਉਹਨਾਂ ਦੇ ਕੋਈ ਆਫਿਸ ਦੇ ਵਿੱਚ ਜਾਂ ਕੋਈ ਲਾਗੇ ਤਾਗੋਂ ਕੋਈ ਉਹਨੂੰ ਪੰਜਾਬੀ ਮੁੰਡਾ ਦਿਖਦਾ ਹੈ ਆਫਿਸ 'ਚ ਆਉਂਦਾ ਹੋਇਆ ਜਾਂ ਕਿਤੇ ਸੜਕ 'ਤੇ ਜਾਂਦਾ, ਫਿਰ ਉਹਨਾਂ ਨੂੰ ਕਿਤੇ ਲੈਟਰ ਲਿਖ ਕੇ ਉੱਪਰੋਂ ਇੱਦਾਂ ਸੱਟ ਕੇ ਫਿਰ ਉਹ ਕੋਸ਼ਿਸ਼ ਕਰਦੀਆਂ ਨੇ ਕਿ ਵੀ ਇਹ ਸਾਡੇ ਘਰ ਦੇ ਆਉਂਦਾ ਨਾ। ਬਹੁਤ ਕੇਸਿਸ ਦੇ ਵਿੱਚ ਕੁੜੀਆਂ ਨੇ ਜਿੱਥੇ ਕੈਪਟੀਵਿਟੀ ਦੇ ਵਿੱਚ ਰੱਖੀਆਂ ਹੋਈਆਂ ਨੇ, ਉੱਥੋਂ ਕੁਝ ਲਿਖ ਕੇ ਦਿੱਤਾ ਕਿਸੇ ਵੀਰ ਭਰਾ ਨੇ, ਉਹ ਚੱਕ ਕੇ ਉਹਨਾਂ ਦੇ ਘਰੇ ਫੋਨ ਕੀਤਾ ਕਿ ਇੱਥੇ ਤੁਹਾਡੀ ਧੀ ਭੈਣ ਬੰਦ ਹੈ। ਤੇ ਉਹ ਕੁੜੀਆਂ ਨੇ ਅੱਜ ਕੱਲ੍ਹ ਜਿਨ੍ਹਾਂ ਕੋਲ ਥੋੜ੍ਹੀ ਬਹੁਤ ਰਸਾਈ ਹੈਗੀ ਹੈ, ਜਿਨ੍ਹਾਂ ਕੋਲ ਰਹਿ ਜਾਂਦੇ ਨੇ ਫੋਨ, ਉਹ ਫਿਰ YouTube ਤੋਂ ਸਰਚ ਕਰਦੀਆਂ ਜੀ। ਰੰਧਾਵਾ ਸਾਹਿਬ, ਜਿਹੜੀ ਗੱਲ ਤੁਸੀਂ ਇਹ ਤਾਂ ਬਹੁਤ ਜਿਹੜੀ ਮੈਂ ਸਮਝਦਾ ਬਹੁਤ ਗੰਭੀਰ ਮੁੱਦਾ ਤੁਸੀਂ ਉਠਾ ਰਹੇ ਹੋ ਜਿਸ ਕਿਸਮ ਦਾ ਹੈ, ਤੇ ਸਾਡੇ ਜਿਹੜੇ ਏਜੰਟ ਇਸ ਤਰ੍ਹਾਂ ਕਰ ਰਹੇ ਨੇ, ਮੇਰਾ ਖਿਆਲ ਹੈ ਦਰਸ਼ਕੋ ਤੁਹਾਨੂੰ ਇਸ ਗੱਲ ਦਾ ਆਪਾਂ ਨੂੰ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ। ਪਰ ਇੱਕ ਸਵਾਲ ਤੁਹਾਨੂੰ ਪੁੱਛਣਾ ਹੈ ਕਿ ਤੁਹਾਡੇ ਕੋਲ ਫਿਰ ਇਹ ਕਿਵੇਂ ਆਉਂਦੇ ਨੇ ਕੇਸ ਜਿਹੜੇ ਤੁਸੀਂ ਕਹਿੰਦੇ ਹੋ ਅਸੀਂ ਛਡਾਏ ਨੇ? ਇਹ ਸਵਾਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਰੰਧਾਵਾ ਸਾਹਿਬ, ਜਿਵੇਂ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਰ ਰਿਹਾ ਸੀ, ਇਹ ਗੱਲ ਤਾਂ ਹੋ ਗਈ ਵੀ ਉੱਥੇ ਐਕਸਪਲਾਇਟ ਬਹੁਤ ਬੁਰੀ ਤਰੀਕੇ ਨਾਲ ਸ਼ੋਸ਼ਣ ਹੁੰਦਾ ਹੈ ਜੀ, ਔਰ ਇਹ ਵੀ ਤੁਸੀਂ ਦੱਸਤਾ ਵੀ ਸ਼ੋਸ਼ਣ ਕਰਨ ਲਈ ਸਾਡੇ ਲੋਕ ਜ਼ਿੰਮੇਵਾਰ ਨੇ ਜੀ, ਚਾਹੇ ਏਜੰਟ ਨੇ, ਚਾਹੇ ਜਿਹੜੀਆਂ ਪਹਿਲੀਆਂ ਗਈਆਂ ਔਰਤਾਂ ਜੀ। ਲੇਕਿਨ ਹੁਣ ਆ ਜਾਓ ਤੁਹਾਡੇ ਤੇ, ਤੁਸੀਂ ਜਦੋਂ ਇੱਕ ਜਿਹੜੀ ਤੁਹਾਡੀ NGO ਹੈ ਜਾਂ ਜਿਹੜਾ ਤੁਹਾਡਾ ਗਰੁੱਪ ਬਣਾਇਆ ਹੈ, ਜਿੰਨੇ ਕੁ ਲੋਕ ਤੁਹਾਡੇ ਨਾਲ ਜੁੜੇ ਨੇ, ਇਹ ਤੁਸੀਂ ਇਹਨਾਂ ਦੀ ਹੈਲਪ ਤਾਂ ਕਰਦੇ ਹੋ, ਲੇਕਿਨ ਤੁਹਾਡੇ ਕੋਲ ਕਿਵੇਂ ਅਪਰੋਚ ਕਰਨ ਉਹ ਜਾਂ ਕਰਦੀਆਂ ਨੇ? ਜੀ, ਐਕਚੁਅਲੀ ਜਿਹੜੇ ਅਸੀਂ ਪਹਿਲਾਂ ਰੈਸਕਿਊ ਆਪਰੇਸ਼ਨਸ ਕੀਤੇ ਨੇ, ਉਹਨਾਂ ਦੇ ਵੀਡੀਓ ਸਾਡੇ YouTube ਚੈਨਲ 'ਤੇ ਆਏ ਨੇ। ਕਈ ਕੁੜੀਆਂ, ਮੋਸਟਲੀ ਤਾਂ ਕੁੜੀਆਂ ਜਦੋਂ ਉੱਥੋਂ ਰੈਸਕਿਊ ਹੋ ਕੇ ਆ ਜਾਂਦੀਆਂ, ਮੋਸਟਲੀ ਤਾਂ ਉਹ ਮਤਲਬ ਮੀਡੀਆ 'ਤੇ ਆਉਣਾ ਨਹੀਂ ਚਾਹੁੰਦੀਆਂ, ਕਿਉਂਕਿ ਉਹਨਾਂ ਨਾਲ ਜੈਨੀ ਔਰ ਮਾਨਸਿਕ ਤਸ਼ੱਦਦ ਹੋਇਆ ਹੁੰਦਾ, ਤਾਂ ਉਹ ਚਾਹੁੰਦੀਆਂ ਨਹੀਂ ਕਿ ਸਾਡੀ ਜੋ ਆਈਡੈਂਟੀਟੀ ਹੈ ਉਹ ਰਿਵੀਲ ਹੋਵੇ। ਲੇਕਿਨ ਕੁਝ ਕੁੜੀਆਂ ਨੇ ਪਿਛਲੇ ਟਾਈਮਾਂ ਦੇ ਵਿੱਚ ਸਾਹਮਣੇ ਆ ਕੇ ਇਹ ਇੱਥੇ ਮੀਡੀਆ ਨੂੰ ਦੱਸਿਆ ਸੀਗਾ, ਤੇ ਉਹ ਵੀਡੀਓ ਸਾਡੇ ਚੈਨਲ 'ਤੇ ਨੇ। ਸੋ ਜਦੋਂ ਕੋਈ ਧੀ ਭੈਣ ਫਸਦੀ ਹੈ, ਕੋਈ ਕੁੜੀ ਫਸਦੀ ਹੈ, ਤੇ ਉਹ YouTube 'ਤੇ ਸਰਚ ਕਰਦੀ ਹੈ ਕਿ ਮੇਰੇ ਤੋਂ ਪਹਿਲਾਂ ਵੀ ਕੋਈ ਧੀ ਭੈਣ ਫਸੀ ਹੋਣੀ। ਆਪਾਂ ਨੋਰਮਲੀ ਅੱਜ ਕੱਲ੍ਹ ਇਹੀ ਚੈੱਕ ਕਰਦੇ, ਕੋਈ ਵੀ ਚੀਜ਼ ਕਰਨੀ ਹੋ ਆਪਾਂ YouTube ਚੈੱਕ ਕਰਦੇ ਹਾਂ। ਤੇ YouTube 'ਤੇ ਜਦੋਂ ਆਪਾਂ ਚੈੱਕ ਕਰਦੇ ਹਾਂ, ਤੇ ਉਹ ਮੋਸਟਲੀ ਜਿਹੜਾ ਮੇਰਾ ਚੈਨਲ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਉਹਦੇ 'ਤੇ ਉਹ ਵੀਡੀਓਜ਼ ਆਉਂਦੇ ਨੇ, ਔਰ ਉਹ ਹਰ ਇੱਕ ਵੀਡੀਓ ਦੇ ਉੱਪਰ ਮੇਰਾ ਨੰਬਰ ਹੈ। ਫਿਰ ਉਹ ਮੈਨੂੰ ਕੰਟੈਕਟ ਕਰਦੀਆਂ ਨੇ। ਫਿਰ ਇੱਕ ਜੋ ਮੇਰਾ ਮੇਨ ਗਰੁੱਪ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਇਹ ਸਾਡਾ ਇੱਕ ਟੈਲੀਗ੍ਰਾਮ ਗਰੁੱਪ ਵੀ ਹੈ। ਸੋ ਉਹ ਟੈਲੀਗ੍ਰਾਮ ਗਰੁੱਪ ਦੀਆਂ 5-6 ਸ਼ਾਖਾਵਾਂ ਨੇ, ਜਿਹੜੀਆਂ ਕਿ ਹਰ ਕੰਟਰੀ ਦੇ ਵਿੱਚ ਇੱਕ ਗਰੁੱਪ ਹੈ, ਚਾਹੇ ਉਹ ਸਾਊਦੀ ਹੈ, ਕਤਰ ਹੈ, ਕੁਵੈਤ ਹੈ, ਓਮਾਨ ਹੈ, ਬਹਿਰੀਨ ਹੈ, ਜਿੰਨੀਆਂ ਵੀ ਅਰਬ ਕੰਟਰੀਆਂ ਨੇ, ਉੱਥੇ ਵੀਰਾਂ ਦੇ ਵੱਡੇ ਵੱਡੇ ਗਰੁੱਪ ਨੇ, 500 700 ਵੀਰਾਂ ਦੇ ਗਰੁੱਪ ਨੇ। ਤੇ ਜਦੋਂ ਮੰਨ ਲਓ ਕਿ ਕੋਈ ਕੁੜੀ ਸਾਊਦੀ ਫਸੀ ਹੈ, ਫਿਰ ਅਸੀਂ ਉਹ ਵੀਰਾਂ ਦੀ ਡਿਊਟੀ ਲਗਾਉਂਦੇ ਹਾਂ ਕਿ ਵੀ ਇਹ ਕੁੜੀ ਨੂੰ ਲੋਕੇਟ ਕਰੋ, ਕਿਹੜੇ ਏਰੀਏ ਦੇ ਵਿੱਚ ਹੈ, ਉਹਦੇ ਨਾਲ ਕਮਿਊਨੀਕੇਸ਼ਨ ਕਰਕੇ ਤੇ ਉਹਨੂੰ ਟਾਈਮ ਬੇ ਟਾਈਮ ਕਿਸੇ ਟਾਈਮ ਦੇਖ ਕੇ ਤੇ ਉਹਨੂੰ ਉੱਥੋਂ ਅਸੀਂ ਪਿਕਅਪ ਕਰਕੇ, ਤੇ ਸਾਡੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਐਮਬੈਸੀ ਦੇ ਅੰਦਰ ਕਰ ਦਿੱਤਾ ਜਾਏ, ਕਿਉਂਕਿ ਇੱਕ ਵਾਰ ਕੁੜੀ ਐਮਬੈਸੀ ਪਹੁੰਚ ਗਈ ਤੇ ਫਿਰ ਕਿਸੇ ਦੀ ਕੋਈ ਜ਼ਰੂਰਤ ਨਹੀਂ ਕਿ ਕੁੜੀ ਨੂੰ ਕੁਝ ਵੀ ਕਰ ਸਕਣ। ਇਹ ਸਾਰਾ ਕੁਝ ਜਿਹੜਾ ਪੈਸਾ ਹੈ ਉਹ ਕਿੱਥੋਂ ਆਉਂਦਾ? ਇਹ ਜਿਹੜੇ ਸਾਡੇ ਫੈਨ ਫੋਲੋਅਰ ਨੇ, ਜਿਹੜੇ ਮੇਰੇ ਗਰੁੱਪ ਦੇ ਮੈਂਬਰ ਨੇ, ਕਿਉਂਕਿ ਅਸੀਂ 4000 ਮੁੰਡੇ ਆ ਪੂਰੇ ਗਲਫ ਕੰਟਰੀਆਂ ਤੋਂ ਔਰ ਪੂਰੀ ਦੁਨੀਆ ਤੋਂ, ਜਿਹੜੇ ਇੱਕ ਅਸੀਂ ਗਰੁੱਪ ਦੇ ਵਿੱਚ ਇਕੱਠੇ ਆ। ਜਦੋਂ ਕਿਸੇ ਧੀ ਭੈਣ ਦੀ ਇਹੋ ਜਿਹੀ ਪੋਜੀਸ਼ਨ ਆ ਜਾਂਦੀ ਹੈ ਕਿ ਪਾਸਪੋਰਟ ਉਹਨਾਂ ਦੇ ਜਾਂ ਤਾਂ ਖਤਮ ਹੋ ਚੁੱਕੇ ਹੁੰਦੇ ਨੇ, ਜਾਂ ਚੋਰੀ ਹੋ ਚੁੱਕੇ ਹੁੰਦੇ ਨੇ, ਜਾਂ ਉਹਨਾਂ ਦੇ ਇੰਪਲੋਇਰ ਉਹਨਾਂ ਨੂੰ ਦੇਣ ਤੋਂ ਮਨਾ ਕਰ ਦਿੰਦੇ ਕਿ ਅਸੀਂ ਤੁਹਾਨੂੰ ਪਾਸਪੋਰਟ ਨਹੀਂ ਦੇਣਾ, ਉਸ ਸਿਚੁਏਸ਼ਨ ਦੇ ਵਿੱਚ ਫਿਰ ਅਸੀਂ ਆਪਣਾ ਟਵਿੱਟਰ 'ਤੇ ਕੈਂਪੇਨ ਚਲਾਉਂਦੇ ਹਾਂ, ਸਾਰੇ 4000 ਮੁੰਡੇ ਇਕੱਠੇ ਹੋ ਕੇ, ਤੇ ਉਸ ਕੰਟਰੀ ਦੀ ਜਿਹੜੀ ਇੰਡੀਅਨ ਐਮਬੈਸੀ ਹੈ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਵਾਈਟ ਪਾਸਪੋਰਟ ਹੈ, ਜਿਹਨੂੰ ਆਪਾਂ ਆਪਾਤਕਾਲੀਨ ਪਾਸਪੋਰਟ ਕਹਿੰਦੇ ਹਾਂ, ਉਹ ਇਹਨਾਂ ਨੂੰ ਬਣਾ ਕੇ ਦਿਓ। ਜੇ ਤੁਸੀਂ ਟਿਕਟ ਦੇ ਸਕਦੇ ਹੋ ਗੌਰਮੈਂਟ ਦੇ ਖਾਤੇ 'ਚੋਂ ਦਿਓ, ਨਹੀਂ ਤਾਂ ਟਿਕਟ ਅਸੀਂ ਲੈ ਕੇ ਦੇਵਾਂਗੇ। ਸੋ ਜਿਹੜੇ
ਮੋਸਟਲੀ ਤਾਂ ਉਸੇ ਕੰਟਰੀ 'ਚੋਂ ਜਿਹੜੇ ਵੀਰ ਨੇ ਉਹ 5-5 2-2 10-10 ਦਰਾਮ ਦਿਨਾਰ ਰਿਆਲ ਜੋ ਵੀ ਹੈ ਉੱਥੇ ਦੀ ਕਰੰਸੀ ਹੈ ਉਹ ਇਕੱਠਾ ਕਰਕੇ ਤੇ ਧੀਆਂ ਭੈਣਾਂ ਨੂੰ ਅਸੀਂ ਉੱਥੋਂ ਆਪਣੇ ਖਰਚੇ ਤੇ ਟਿਕਟਾਂ ਲੈ ਕੇ ਉੱਥੋਂ ਮੋਸਟਲੀ ਤੋਂ ਹੁਣ ਤੱਕ ਰੰਧਾਵਾ ਸਾਹਿਬ ਕਿੰਨੇ ਲੋਕਾਂ ਨੂੰ ਤੁਸੀਂ ਜਿਹੜਾ ਰੈਸਕਿਊ ਕੀਤਾ ਹੈ? ਵਾਲੇ ਸਾਹਿਬ ਕੁੜੀਆਂ ਦਾ ਅਗਰ ਧੀਆਂ ਭੈਣਾਂ ਦਾ ਅਗਰ ਅਸੀਂ ਦੇਖਿਆ ਜਾਏ ਤੇ ਮੋਰ ਦੈਨ 125 ਜਿਹੜੀਆਂ ਨੇ ਕੁੜੀਆਂ ਨੇ। ਕਿਹੜੇ ਕੰਟਰੀ ਚੋਂ ਨੇ? ਜ਼ਿਆਦਾਤਰ ਦੁਬਈ ਔਰ ਸਾਊਦੀ ਚੋਂ ਨੇ। ਉਸ ਤੋਂ ਬਾਅਦ ਮਸਕਟ ਹੈ। ਅੱਛਾ, ਹਾਂਜੀ, ਇਹ 3 ਕੰਟਰੀਆਂ ਜਿਹੜੀਆਂ ਨੇ ਸਾਰੀਆਂ ਪੰਜਾਬ ਦੀਆਂ? ਓਮਾਨ ਸਾਰੀਆਂ ਪੰਜਾਬ ਦੀਆਂ। ਸਭ ਤੋਂ ਜ਼ਿਆਦਾ ਅਗਰ ਮਤਲਬ ਜੇ ਕਿਸੇ ਧੀ ਭੈਣ ਦਾ ਐਕਸਪਲੋਇਟੇਸ਼ਨ ਹੁੰਦਾ ਹੈ ਉਹ ਸਾਡੀਆਂ ਧੀਆਂ ਭੈਣਾਂ ਪੰਜਾਬ ਦੀਆਂ, ਕਿਉਂਕਿ ਜ਼ਿਆਦਾ ਪੜ੍ਹੀਆਂ ਲਿਖੀਆਂ ਨਹੀਂ ਚਾਹੁੰਦੀਆਂ। ਕਿਹੜਾ ਏਰੀਆ ਪੰਜਾਬ ਦਾ ਜ਼ਿਆਦਾ ਜਾਂਦਾ? ਪੰਜਾਬ ਦਾ ਸਭ ਤੋਂ ਜ਼ਿਆਦਾ ਜਿਹੜਾ ਏਰੀਆ ਹੈ ਸਾਨੂੰ ਮਤਲਬ ਤਰਨਤਾਰਨ, ਅੱਛਾ, ਅੰਮ੍ਰਿਤਸਰ ਸਾਹਿਬ, ਯਾਨੀ ਮਾਝਾ ਜ਼ਿਆਦਾ ਹੈ ਸਮਝ। ਹਾਂਜੀ, ਔਰ ਅਬੋਹਰ, ਫਾਜ਼ਿਲਕਾ, ਮਲੇਰਕੋਟਲਾ। ਫਿਰ ਤਾਂ ਸਾਰੇ ਪੰਜਾਬ ਹਾਂਜੀ ਹਾਂਜੀ ਹਾਂਜੀ। ਲੇਕਿਨ ਇਹ ਹੈ ਕਿ ਜਿਹੜੀ ਸਟ੍ਰਿਪ ਪਾਕਿਸਤਾਨ ਦੇ ਨਾਲ ਪੈਂਦੀ ਹੈ ਉਧਰ ਦੇ ਜਿਹੜੇ ਨੇ ਉਹ ਜ਼ਿਆਦਾ ਲੋਕ ਨੇ ਔਰ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ। ਜਿਹੜੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਵੀ ਜਾਂਦੀਆਂ ਨੇ ਜਿਨ੍ਹਾਂ ਨੂੰ ਇੱਥੋਂ ਇਹ ਕਹਿ ਕੇ ਲੈ ਕੇ ਜਾਇਆ ਜਾਂਦਾ ਕਿ ਤੁਹਾਨੂੰ ਮਾਲ 'ਚ ਜੋ ਜੋਬ ਦੇਵਾਂਗੇ, ਉਹਨਾਂ ਦਾ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ, ਜਿਹੜੇ ਉੱਥੇ ਪਿੰਪਸ ਬੈਠੇ ਨੇ ਉਹਨਾਂ ਦੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨਾਂ ਨੂੰ ਜਿਸਮ ਫਰੋਸ਼ੀ ਦੇ ਧੰਦੇ ਦੇ ਵਿੱਚ ਉਤਾਰ ਦਿੱਤਾ ਜਾਵੇ। ਤੇ ਜਿਹੜੀ ਕੋਈ ਜਾਂ ਤਾਂ ਕਈ ਕੁੜੀਆਂ ਤਾਂ ਅੱਜ ਕੱਲ੍ਹ ਇਹ ਹਾਲਾਤ ਨੇ ਕਿ ਖੁਦ ਕੰਪਰੋਮਾਈਜ਼ ਕਰ ਲੈਂਦੀਆਂ ਨੇ, ਜਿਹੜੀਆਂ ਨਹੀਂ ਕਰਦੀਆਂ, ਜਿਹੜੀਆਂ ਟਿੱਕੇ ਰਹਿੰਦੀਆਂ ਨੇ ਕੁਛ ਅਰਸਾ, ਉਹਨਾਂ ਨੂੰ ਫਿਰ ਭੁੱਖਿਆਂ ਰੱਖਿਆ ਜਾਂਦਾ ਹੈ। ਫਿਰ ਕਈ ਮਹੀਨੇ ਉਹਨਾਂ ਦੇ ਘਰ ਦੇ ਨਾਲ ਗੱਲ ਨਹੀਂ ਕਰਨ ਦਿੱਤੀ ਜਾਂਦੀ ਔਰ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਹ ਆਪ ਹਾਂ ਕਰ ਦੇਣ। ਕਈ ਕੁੜੀਆਂ ਉੱਥੋਂ ਦੌੜਦੀਆਂ। ਕਿੰਨੀਆਂ ਕੈਸੀਆਂ ਜਿਹੜੇ ਨੇ ਕੰਪਰੋਮਾਈਜ਼ ਕਰ ਲਿਆ ਉੱਥੇ? ਬਹੁਤ ਕੁੜੀਆਂ ਨੇ। ਮੈਨੂੰ ਪਿੱਛੇ ਜੀ ਇੱਕ ਦੁਬਈ ਤੋਂ ਇੱਕ ਭੈਣ ਦਾ ਫੋਨ ਆਇਆ ਸੀਗਾ, ਉਹਨਾਂ ਨੇ ਮੈਨੂੰ ਕਿਹਾ, ਕਹਿੰਦੀ ਵੀਰ ਜੀ ਮੈਂ ਤੁਹਾਨੂੰ ਕੁਝ ਹੋਰ ਰਿਐਲਿਟੀ ਦੱਸਣਾ ਚਾਹੁੰਦੀ ਹਾਂ ਵੀ ਮੇਰੀ ਬਿਲਡਿੰਗ ਦੇ ਵਿੱਚ ਹੀ ਕੁਝ ਕੁੜੀਆਂ ਰਹਿੰਦੀਆਂ ਨੇ ਤੇ ਮੈਂ ਅਕਸਰ ਦੇਖਦੀ ਹਾਂ ਕਿ ਉਹ ਸਾਰਾ ਦਿਨ ਸੁੱਤੀਆਂ ਰਹਿੰਦੀਆਂ ਤੇ ਰਾਤ ਨੂੰ ਕੰਮ ਤੇ ਜਾਂਦੀਆਂ। ਤੇ ਮੈਂ ਕਿਹਾ ਭੈਣ ਜੀ ਵੀ ਇਦਾਂ ਕਿਉਂ ਹੈ? ਤੇ ਕਹਿੰਦੀ ਵੀਰ ਜੀ ਮੈਂ ਇਹੀ ਕੁਐਸਚਨ ਉਹਨਾਂ ਨੂੰ ਕੀਤਾ ਸੀਗਾ ਤੇ ਉਹਨਾਂ ਦਾ ਅੱਗੋਂ ਜਵਾਬ ਸੀਗਾ ਕਿ ਭੈਣ ਜੀ ਇਹ ਸਾਡੀ ਲਾਈਫ ਹੈ, ਤੁਸੀਂ ਇਹਦੇ ਤੋਂ ਕੀ ਲੈਣਾ। ਅੱਛਾ। ਸੋ ਬਹੁਤ ਕੁੜੀਆਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਆਪਣੀ ਮਰਜ਼ੀ ਨਾਲ ਮਤਲਬ ਜਿਹਨੂੰ ਕਹਿੰਦੇ ਈਜ਼ੀ ਮਨੀ ਬਣਾਉਣ ਦੇ ਚੱਕਰ 'ਚ ਕਿ ਵੀ ਪੂਰਾ ਮਹੀਨਾ ਥੱਕ ਕੇ ਤੱਪ ਕੇ ਇੰਨੀ ਸੜੀ ਗਰਮੀ 'ਚ ਕੀ ਕੰਮ ਕਰਨਾ ਤੇ ਚਲੋ ਜੀ ਆਪਣਾ ਇਹ ਕੰਮ ਕਰ ਲਓ, ਪੈਸੇ ਵੀ ਜ਼ਿਆਦਾ ਆਉਣਗੇ ਤੇ ਘਰਦਿਆਂ ਨੂੰ ਕਿਹੜਾ ਪਤਾ ਲੱਗਣਾ। ਸੋ ਇਹ ਕੰਮ ਵੀ ਬਹੁਤ ਜ਼ਿਆਦਾ ਕਾਫੀ ਜਿਹੜੀਆਂ ਪੰਜਾਬ ਦੀ ਕੁੜੀਆਂ ਮੈਰਿਡ ਵੀ ਹੁੰਦੀਆਂ ਨੇ ਕੁਝ? ਮੋਸਟਲੀ ਮੈਰਿਡ ਨੇ ਜੀ। ਅੱਛਾ, ਮੈਰਿਡ। ਇਹਨਾਂ ਦਾ ਜਿਹੜਾ ਜ਼ਿਆਦਾ ਮਤਲਬ ਗਰੁੱਪ ਹੈ, ਤੁਸੀਂ ਐਂ ਸਮਝ ਲਓ ਕਿ 60-40 ਦਾ ਰੇਸ਼ੋ ਹੈ। 60% ਕੁੜੀਆਂ ਮੈਰਿਡ ਨੇ ਔਰ ਬਹੁਤ ਕੇਸ ਸਾਡੀ ਨਿਗਾਹ 'ਚ ਇਹੋ ਜਿਹੇ ਆਏ ਨੇ ਕਿ ਜਿਹੜੀਆਂ 18 19 ਸਾਲ ਦੀਆਂ ਜਿਹੜੀਆਂ ਮਤਲਬ ਕੁੜੀਆਂ ਬਿਲਕੁਲ ਜਿਹੜੀਆਂ ਮਤਲਬ ਕੁਆਰੀਆਂ ਕੁੜੀਆਂ ਨੇ ਉਹ ਉੱਥੇ ਮਤਲਬ ਉਹਨਾਂ ਦੇ ਅੱਗੋਂ ਬੱਚੇ ਹੋ ਗਏ ਜਿਹੜੇ ਕਿ ਅੱਗੇ ਪਾਕਿਸਤਾਨੀ ਜਿਹੜੇ ਹੋਰ ਕਈ ਅਲੱਗ-ਅਲੱਗ ਕੰਟਰੀਜ਼ ਦੇ ਜਿਹੜੇ ਲੋਕ ਉੱਥੇ ਨੇ ਜਿਹੜੇ ਪਿੰਪ ਦੇ ਤੌਰ 'ਤੇ ਕੰਮ ਕਰਦੇ ਨੇ, ਉਹ ਫਿਰ ਉਹਨਾਂ ਨੂੰ ਹੋਰ ਤਰੀਕਿਆਂ ਨਾਲ ਇਸਤੇਮਾਲ ਕਰਦੇ ਨੇ। ਉਹ ਇੱਕ ਹੋਰ ਲੰਬੀ ਕਹਾਣੀ ਹੈ। ਲੇਕਿਨ ਇਹ ਹੈ ਕਿ ਇਸ ਚੈਨਲ ਦੇ ਨਾਲ ਮਾਧਿਅਮ ਰਾਹੀਂ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਧੀਆਂ ਭੈਣਾਂ ਜਿਹੜੀਆਂ ਵੀ ਨੇ ਉਹ ਗਲਫ ਦੇ ਵਿੱਚ ਐਜ਼ ਏ ਹਾਊਸਮੇਡ ਨਾ ਜਾਣ। ਜੀ, ਇੱਕ ਤਾਂ ਤੁਸੀਂ ਇਹ ਸੁਜੈਸ਼ਨ ਦਿੱਤਾ, ਤੁਹਾਡਾ ਸੁਜੈਸ਼ਨ ਸਾਡੇ ਦਰਸ਼ਕਾਂ ਦੇ ਥਰੂ ਲੋਕਾਂ 'ਚ ਜਾਏਗਾ। ਤੁਸੀਂ ਆਪ ਵੀ ਮੈਸੇਜ ਦੇ ਹੀ ਦਿੱਤਾ ਕਿ ਬਚੋ, ਇਹਨਾਂ ਜਿਹੜੇ ਏਜੰਟਾਂ ਤੋਂ ਬਚੋ, ਇਹੋ ਜਿਹੀਆਂ ਔਰਤਾਂ ਤੋਂ ਵੀ ਵਿੱਚ ਜਿਹੜੀਆਂ ਕਹਿੰਦੀਆਂ ਨੇ ਕਿ ਕਈ ਵਾਰੀ ਤੁਹਾਡੇ ਨੇੜਲੇ ਰਿਲੇਸ਼ਨ ਵਾਲੀਆਂ ਔਰਤਾਂ ਜ਼ਿਆਦਾਤਰ ਉਹੀ ਹੁੰਦੀਆਂ ਜੋ ਬੁਲਾ ਲੈਂਦੀਆਂ ਨੇ ਜਿਨ੍ਹਾਂ ਤੇ ਤੁਹਾਡਾ ਵਿਸ਼ਵਾਸ ਹੁੰਦਾ, ਲੇਕਿਨ ਉਹ ਵਿਸ਼ਵਾਸਘਾਤ ਤੋਂ ਬਚੋ। ਇਹ ਤਾਂ ਹੋ ਗਿਆ ਜੀ ਇੱਕ ਪੱਖ ਤੁਹਾਡਾ ਰੰਧਾਵਾ ਸਾਹਿਬ ਜਿਹੜਾ ਕੰਮ ਕਰ ਰਹੇ ਹੋ। ਹੋਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਾਂ ਕਰ ਕੀ ਰਹੇ ਹੋ? ਬੇਸਿਕ ਸ਼ੁਰੂ ਤੋਂ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ 93 ਤੋਂ ਹੀ ਮੈਂ ਸੋਸ਼ਲ ਵਰਕ ਕਰਦਾ ਔਰ 2014 ਦੇ ਵਿੱਚ ਜਾ ਕੇ ਫਿਰ ਮੈਂ ਚੈਨਲ ਬਣਾਇਆ ਸੀਗਾ, ਇੱਕ ਵੀਡੀਓ ਪਾਈ ਸੀਗਾ ਕਿ ਇੱਥੇ ਐਜ਼ ਏ ਤੁਸੀਂ ਟਰੱਕ ਡਰਾਈਵਰ ਕਿੱਦਾਂ ਆ ਸਕਦੇ ਹੋ। ਤੇ ਉਹਦੇ ਬਾਅਦ ਆਲਮੋਸਟ ਮੇਰੇ ਚੈਨਲ ਤੇ ਕਰੀਬ 1000 ਦੇ ਨੇੜੇ ਵੀਡੀਓਜ਼ ਨੇ, ਸਾਰੀਆਂ ਹੀ ਇਨਫੋਰਮੇਸ਼ਨ ਵਾਲੀ ਵੀਡੀਓਜ਼ ਨੇ। ਤੁਸੀਂ ਗਲਫ ਕੰਟਰੀ ਕਿੱਦਾਂ ਜਾਣਾ, ਤੁਸੀਂ ਜਿਹੜੇ ਲੋਕ ਟਰੱਕ ਡਰਾਈਵਰਸ ਦੇ ਤੌਰ ਤੇ ਜਾਣਾ ਚਾਹੁੰਦੇ ਹੋ ਉਹਨਾਂ ਨੂੰ ਸਲਾਹ ਦੇ ਰਹੇ ਹੋ। ਬਟ ਉਹਦੇ ਨਾਲ ਜਿਹੜੇ ਹਜ਼ਾਰਾਂ ਲੋਕ ਹੋਰ ਆਪਣੇ ਨਾਲ ਜੁੜੇ ਨੇ ਉਹ ਬਿਲਕੁਲ ਮਤਲਬ ਇੱਕ ਏਜੰਟ ਤੋਂ ਸਲਾਹ ਲੈਣੀ ਔਰ ਇੱਕ ਉਸ ਬੰਦੇ ਤੋਂ ਸਲਾਹ ਲੈਣੀ ਜਿਹੜਾ ਕਿ ਆਲਰੇਡੀ ਉਸ ਫੀਲਡ ਦੇ ਵਿੱਚ ਉਸ ਕੰਟਰੀ ਦੇ ਵਿੱਚ ਹੈ। ਮੰਨ ਲਓ ਹੁਣ ਕਿਸ ਨੇ ਕਤਰ ਜਾਣਾ ਔਰ ਐਜ਼ ਏ ਇਲੈਕਟ੍ਰੀਸ਼ੀਅਨ ਜਾਣਾ ਤੇ ਸਾਡੇ ਗਰੁੱਪ ਦੇ ਵਿੱਚ ਕਤਰ ਦੇ ਮੁੰਡੇ ਜਿਹੜੇ ਇਲੈਕਟ੍ਰੀਸ਼ੀਅਨ ਨੇ ਉੱਥੇ ਜੌਬ ਕਰ ਰਹੇ ਨੇ। ਸੋ ਅਸੀਂ ਉਹ ਵੀਰਾਂ ਨੂੰ ਆਪਣੇ ਗਰੁੱਪ 'ਚ ਐਡ ਕਰਦੇ ਹਾਂ ਔਰ ਉਹ ਇਹ ਕਹਿੰਦੇ ਕਿ ਕਿਸੇ ਏਜੰਟ ਤੋਂ ਇਨਫੋਰਮੇਸ਼ਨ ਲੈਣ ਤੋਂ ਬੈਟਰ ਇਹ ਹੈ ਕਿ ਰॉ ਇਨਫੋਰਮੇਸ਼ਨ ਤੁਸੀਂ ਸਾਡੇ ਗਰੁੱਪ 'ਚੋਂ ਲਓ, ਇਹ ਤੁਹਾਨੂੰ ਗਲਤ ਇਨਫੋਰਮੇਸ਼ਨ ਨਹੀਂ ਦੇਣਗੇ। ਸੋ ਗਰੁੱਪ ਦੇ ਵਿੱਚ ਐਡ ਹੋ ਕੇ ਕਈ ਵੀਰਾਂ ਦੇ ਅੱਛੇ ਤਾਲੁਕਾਤ ਹੋ ਜਾਂਦੇ ਨੇ ਕਿ ਇੱਕ ਦੂਜੇ ਦਾ ਵੀਜ਼ਾ ਤੱਕ ਕਢਾ ਦਿੰਦੇ ਨੇ, ਆਪਣੇ ਏਅਰਪੋਰਟ ਤੋਂ ਰਿਸੀਵ ਕਰਕੇ ਲੈ ਕੇ ਜਾਂਦੇ, ਆਪਣੇ ਕੋਲ ਰੱਖਦੇ ਆ, ਉਹਨੂੰ ਕੰਮ ਤੇ ਲਗਵਾਉਂਦੇ, ਸਾਰਾ ਕੁਝ ਕਰਦੇ ਆ। ਲੇਕਿਨ ਇਹ ਹੈ ਕਿ ਅਸੀਂ ਕੋਈ ਕਦੇ ਜਿੱਦਾਂ ਏਜੰਟ ਪ੍ਰਮੋਟ ਕਰਨਾ ਜਾਂ ਕੋਈ ਪੈਸੇ ਲੈ ਕੇ ਕਰਨਾ ਐਸਾ ਕੁਝ ਨਹੀਂ ਕਰਦੇ। ਅਸੀਂ ਫ੍ਰੀ ਆਫ ਕੋਸਟ ਸੇਵਾ। ਜਿਹੜੇ ਤੁਸੀਂ ਗਰੁੱਪ ਦੀ ਗੱਲ ਕਰਦੇ ਹੋ, ਕਿਹੜੇ ਕੰਟਰੀ 'ਚ ਵੱਡਾ ਗਰੁੱਪ ਹੈ ਜਾਂ ਕਿੱਥੇ ਜ਼ਿਆਦਾ ਐਕਟਿਵ ਨੇ ਤੁਹਾਡੇ ਗਰੁੱਪ ਵਾਲੇ? ਵਾਲੇ ਸਾਹਿਬ ਸਭ ਤੋਂ ਵੱਡਾ ਜਿਹੜਾ ਸਾਡਾ ਗਰੁੱਪ ਹੈ ਉਹ ਦੁਬਈ ਦੇ ਵਿੱਚ ਹੈ। ਅੱਛਾ। ਉਹਦਾ ਵੀ ਨਾਮ ਹਰਨੇਕ ਰੰਧਾਵਾ ਹੈਲਪਲਾਈਨ ਦੁਬਈ ਹੈ।
ਔਰ ਉਹਦੇ ਵਿੱਚ ਕਰੀਬ ਅਸੀਂ ਕਾਫੀ ਮੁੰਡੇ ਆ, 2 ਤੋਂ 300 ਮੁੰਡੇ ਆ ਜਿਹੜੇ ਵੋਲੰਟੀਅਰ ਨੇ, ਜਿਹੜੇ ਕਦੇ ਵੀ 24 ਘੰਟੇ ਤਿਆਰ ਨੇ। ਕੋਈ ਧੀ ਭੈਣ ਫਸ ਜਾਂਦੀ ਹੈ, ਕਿਸੇ ਵੀਰ ਦੀ ਡੈਥ ਹੋ ਜਾਂਦੀ ਹੈ, ਕਿਸੇ ਵੀਰ ਦੀ ਡੈੱਡ ਬੋਡੀ ਉੱਥੋਂ ਫਲੋਟ ਕਰਨੀ ਹੈ, ਉਹਦੇ ਘਰਦਿਆਂ ਨੂੰ ਕੋਈ ਪਤਾ ਹੀ ਨਹੀਂ ਹੁੰਦਾ, ਕਿਉਂਕਿ ਇੱਕ ਆਮ ਗਰੀਬ ਗਰੂਪ ਹੈ ਜਿਹੜਾ ਬੰਦਾ ਘਰੋਂ ਆਪਣੀ ਰੋਜ਼ੀ ਰੋਟੀ ਕਮਾਉਣ ਗਿਆ, ਉਹਨੂੰ ਕੋਈ ਪਤਾ ਨਹੀਂ ਕਿ ਕੱਲ੍ਹ ਨੂੰ ਮੇਰੇ ਨਾਲ ਐਸੀ ਕੋਈ ਘਟਨਾ ਵਾਪਰ ਗਈ ਤਾਂ ਮੈਂ ਕੀ ਕਰੂੰਗਾ, ਜਾਂ ਉਹਨਾਂ ਦੇ ਘਰਦਿਆਂ ਨੂੰ ਕੁਝ ਨਹੀਂ ਪਤਾ। ਸੋ ਫਿਰ ਇੱਦਾਂ ਹੀ ਇਹ ਵੀਡੀਓਜ਼ ਦੇਖ ਕੇ ਸਾਨੂੰ ਅਪਰੋਚ ਕਰਦੇ ਆ। ਤੁਸੀਂ ਕੈਨੇਡਾ ਰਹਿ ਰਹੇ ਹੋ? ਹਾਂਜੀ। ਤੇ ਇਹ ਇੰਨਾ ਕੁਛ, ਇੰਨੀਆਂ ਵੀਡੀਓਜ਼ ਪਾਉਣੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਇਹ ਸਾਰਾ ਕੁਛ, ਹਾਊ ਡੂ ਯੂ ਮੈਨੇਜ ਯੂਰ ਟਾਈਮ? ਦੇਖੋ ਜੀ, ਇਹ ਬਹੁਤ ਅਕਸਰ ਪੁੱਛਿਆ ਜਾਣ ਵਾਲਾ ਕੁਐਸਚਨ ਹੈ, ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਜਿਹੜੇ ਲੋਕ ਕੈਨੇਡਾ 'ਚ ਜਾ ਕੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਟਾਈਮ ਨਹੀਂ, ਤੇ ਮੇਰਾ ਇਹ ਕਹਿਣਾ ਹੈ ਕਿ ਜਿੰਨਾ ਟਾਈਮ ਇੱਕ ਡਰਾਈਵਰ ਬੰਦੇ ਕੋਲ ਹੈ, ਇੰਨਾ ਟਾਈਮ ਕਿਸੇ ਕੋਲ ਨਹੀਂ। ਅਕਸਰ ਜਿਹੜੇ ਆਪਣੇ ਪੰਜਾਬੀ ਵੀ ਜਿਹੜੇ ਕੈਨੇਡਾ ਦੀ ਗੱਡੀ ਚਲਾਉਂਦੇ ਨੇ, ਉਹ ਹਾਈਵੇ 'ਤੇ ਚੜ੍ਹਨ ਲੱਗਿਆਂ ਹੀ 5-7 ਯਾਰ ਦੋਸਤਾਂ ਨੂੰ ਰਲਾ ਮਿਲਾ ਕੇ ਤੇ ਕਾਨਫਰੰਸ 'ਤੇ ਲੈ ਲੈਂਦੇ, ਔਰ 1000 ਕਿਲੋਮੀਟਰ ਦਾ ਸਫ਼ਰ ਕਿਦੋਂ ਖਤਮ ਹੋ ਜਾਂਦਾ ਉਹ ਪਤਾ ਨਹੀਂ ਲੱਗਦਾ। ਸੋ ਦੋ ਚੀਜ਼ਾਂ ਨੇ, ਜਾਂ ਤਾਂ ਤੁਸੀਂ ਉਹ 1000 ਕਿਲੋਮੀਟਰ ਅਗਰ ਕਿਸੇ ਦਾ ਫੋਨ ਸਾਰਾ ਦਿਨ, ਮਤਲਬ ਜਿਹਨੂੰ ਕਹਿੰਦੇ ਆਪਾਂ ਯਬਲੀਆਂ ਮਾਰਨੀਆਂ ਕਿਸੇ ਨੂੰ ਫੋਨ ਤੇ ਲਗਾ ਕੇ, ਉਹ ਤੁਹਾਡੀ ਇੱਛਾ ਹੈ, ਲੇਕਿਨ ਉਹੀ ਟਾਈਮ ਦਾ ਤੁਸੀਂ ਸਹੀ ਯੂਟਿਲਾਈਜੇਸ਼ਨ ਕਰ ਸਕਦੇ ਹੋ। ਤੁਸੀਂ ਇਹ ਦੱਸ ਸਕਦੇ ਹੋ ਕਿ ਮੈਂ ਇੰਨਾ ਲੰਬਾ ਟਾਈਮ ਲਗਾ ਕੇ ਇਹ ਸਟਰਗਲ ਕਰਕੇ ਇੱਥੇ ਪਹੁੰਚਿਆ ਤੇ ਤੁਸੀਂ ਵੀ ਆ ਸਕਦੇ ਹੋ। ਸੋ ਤੁਸੀਂ ਉਹੀ ਜਿਹੜਾ ਟਾਈਮ ਹੈ ਤੁਸੀਂ ਕਿਸੇ ਨੂੰ ਗਾਈਡ ਕਰ ਦਿਓ। ਅਗਰ ਮੰਨ ਲਓ ਕਿ ਤੁਸੀਂ ਗੱਡੀ ਚਲਾ ਰਹੇ ਹੋ, ਤੁਹਾਨੂੰ ਕਿਸੇ ਦਾ ਫੋਨ ਆ ਜਾਂਦਾ ਹੈ, ਕੰਨ ਨੂੰ ਤੁਹਾਡੇ ਨੂੰ ਬਲੂਟੂਥ ਲੱਗਾ ਹੈ, ਤੁਸੀਂ ਇੱਕ ਦਰਵਾਲ ਸਾਰਾ ਬਟਨ ਦੱਬ ਕੇ ਅਗਰ ਆਪਣੀ ਜ਼ੁਬਾਨ ਹਿਲਾ ਕੇ ਉਹਨੂੰ ਗਾਈਡ ਕਰ ਦਿੰਦੇ ਹੋ ਔਰ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ, ਤਾਂ ਉਸ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਚਲਦੇ ਫਿਰਦੇ ਸੇਵਾ ਹੋ ਸਕਦੀ ਹੈ। ਸੋ ਮੇਰੀ ਸੇਵਾ ਚਲਦੇ ਫਿਰਦੇ ਦੀ ਹੈ ਜੀ। ਮੇਰਾ ਕੋਈ ਆਫਿਸ ਜਾਂ ਕੋਈ ਐਸਾ ਕੋਈ ਸੈਟਅਪ ਨਹੀਂ ਹੈ, ਕੋਈ ਪ੍ਰੋਪਰ NGO ਨਹੀਂ ਹੈ। ਇੱਕ ਸਾਡਾ ਗਰੁੱਪ ਹੈ, ਗਰੁੱਪ ਦੇ ਮਾਧਿਅਮ ਦੇ ਰਾਹੀਂ ਅਸੀਂ ਵੀਡੀਓਜ਼ ਬਣਾ ਕੇ ਇਨਫੋਰਮੇਸ਼ਨ ਦਿੰਦੇ ਹਾਂ। ਧੀਆਂ ਭੈਣਾਂ ਫਸਦੀਆਂ ਉਹਨਾਂ ਨੂੰ ਕਢਾਉਂਦੇ ਹਾਂ, ਜਿਹੜੇ ਸਾਡੇ ਵੀਰ ਅਰਬ ਕੰਟਰੀਆਂ ਫਸਦੇ ਨੇ ਉਹਨਾਂ ਨੂੰ ਕਢਾਉਂਦੇ ਹਾਂ। ਬਹੁਤ ਵੀਰਾਂ ਦੀ ਡੈਥ ਹੋ ਜਾਂਦੀ ਹੈ, ਉਹਨਾਂ ਦੀ ਬੋਡੀਜ਼ ਜਿਹੜੀਆਂ ਅਸੀਂ ਉਹ ਇੰਡੀਆ। ਰੰਧਾਵਾ ਸਾਹਿਬ, ਤੁਸੀਂ ਕਾਫੀ ਅੱਛਾ ਕੰਮ ਕਰ ਰਹੇ ਹੋ, ਇਹ ਮੈਂ ਤੁਹਾਡੀ ਗੱਲਬਾਤ ਤੋਂ ਵੀ ਸੁਣਿਆ, ਪਹਿਲਾਂ ਵੀ ਸੁਣਿਆ। ਕੀ ਤੁਹਾਡੀ ਫਿਊਚਰ ਪਲਾਨ, ਹੋਰ ਅੱਗੇ ਕੀ ਕਰਨਾ ਚਾਹੁੰਦੇ ਤੁਸੀਂ ਜਾ ਕੇ? ਜੀ ਵੈਸੇ ਤਾਂ ਦਿਲ ਦੀ ਇੱਛਾ ਤਾਂ ਇਹੀ ਹੈ ਕਿ ਜੋ ਸੇਵਾ ਕਰਦੇ ਹਾਂ, ਇਹ ਸੇਵਾ ਕਰਦੇ ਕਰਦੇ ਹੀ ਆਦੀ ਤੋਂ ਜ਼ਿਆਦਾ ਨਿਕਲ ਗਈ, ਜਿਹੜੀ ਥੋੜ੍ਹੀ ਬਹੁਤ ਰਹਿ ਗਈ ਹੈ, ਗੁਰੂ ਮਹਾਰਾਜ ਮਿਹਰ ਕਰੇ ਸੇਵਾ ਕਰਦੇ ਹੀ ਨਿਕਲ ਜਾਏ। ਅੱਜ ਤੱਕ ਅਸੀਂ ਕਈ ਵਾਰ ਆਪਣੇ ਵੀਡੀਓਜ਼ ਦੇ ਪਿੱਛੇ ਵੀ ਸਲਾਈਡ ਲਗਾਈ ਹੁੰਦੀ ਹੈ ਕਿ ਕਦੇ ਕੋਈ ਬੰਦਾ ਇਹ ਦੱਸ ਦੇ ਕਿ ਇਸ ਬੰਦੇ ਨੇ ਕਦੇ ਕਮਿਸ਼ਨ ਲਿਆ ਹੈ ਜਾਂ ਕਦੇ ਕੋਈ ਪੈਸਾ ਲਿਆ ਹੈ, ਤੇ ਐਸਾ ਕੁਝ ਨਹੀਂ ਹੈ। ਸੋ ਆਪਾਂ ਸੇਵਾ ਕਰਦੇ ਹਾਂ, ਲੇਕਿਨ ਦਾਇਰਾ ਵਧਾਉਣ ਦੀ ਇੱਛਾ ਹੈਗੀ ਹੈ। ਕੋਸ਼ਿਸ਼ ਹੈ ਕਿ ਇੱਕ NGO ਜਿਹੜੀ ਹੈ ਉਹਨੂੰ ਸੈਟਅਪ ਕੀਤਾ ਜਾ ਸਕੇ। ਲੇਕਿਨ ਮੈਂ ਇਹ ਚੀਜ਼ ਬਹੁਤ ਨੇੜਿਓਂ ਹੋ ਕੇ ਦੇਖੀ ਹੈ, ਜਦੋਂ ਤੁਸੀਂ ਕੋਈ NGO ਸ਼ੁਰੂ ਕਰਦੇ ਹੋ ਤਾਂ ਜ਼ਿਆਦਾਤਰ ਤੁਹਾਡੇ ਨਾਲ ਉਹ ਲੋਕ ਅਟੈਚ ਹੋਣਾ ਚਾਹੁੰਦੇ ਨੇ। ਇਹ ਮੇਰੇ ਪਰਸਨਲ ਐਕਸਪੀਰੀਅੰਸ ਨਾਲ ਦੱਸ ਰਿਹਾ ਕਿ ਜਿਹੜੇ ਇਹ ਸੋਚਦੇ ਨੇ ਕਿ ਸੰਸਥਾ ਬਹੁਤ ਵੱਡਾ ਇਹਦਾ ਦਾਇਰਾ ਹੈ, ਬਹੁਤ ਦੁਨੀਆ, ਕਿਉਂਕਿ ਜਿੱਦਾਂ YouTube 'ਤੇ 1.25 ਲੱਖ ਦੇ ਲਾਗੇ ਤੱਕ ਆਪਣੇ ਸਬਸਕ੍ਰਾਈਬਰ ਨੇ, ਦੁਨੀਆ ਵੀਡੀਓਜ਼ ਦੇਖਦੀ ਹੈ, ਇਸੇ ਉਹ ਜੁੜਨਾ ਚਾਹੁੰਦੇ ਨੇ। ਉਹ ਇਸ ਕਰਕੇ ਕਿ ਉਹਨਾਂ ਦਾ ਹਮੇਸ਼ਾ ਇੱਕ ਹਿਡਨ ਏਜੰਡਾ ਹੁੰਦਾ ਕਿ ਪਹਿਲਾਂ ਜੁੜ ਜਾਓ ਤੇ ਫਿਰ ਬਾਅਦ 'ਚੋਂ ਕੋਈ ਅੰਦਰੋਂ ਮਾਲ ਬਣਾਵਾਂਗੇ ਜਾਂ ਕੁਝ ਪੈਸਾ ਬਣਾਵਾਂਗੇ। ਸੋ ਮੇਰੀ ਹੁਣ ਤੱਕ NGO ਨਾ ਖੋਲ੍ਹਣ ਦਾ ਰੀਜ਼ਨ ਇਹ ਹੀ ਰਿਹਾ ਕਿ ਮੈਂ ਇਹ ਸੋਚਦਾ ਰਿਹਾ ਕਿ ਕੋਈ ਸਹੀ ਬੰਦੇ, ਕੋਈ ਸਹੀ ਇਹੋ ਜਿਹੇ ਜਿਹਨਾਂ ਦਿਲ 'ਚ ਵਾਕਈ ਦਰਦ ਹੋਵੇ, ਦੂਜੇ ਦਾ ਦਰਦ ਮਹਿਸੂਸ ਕਰਨ ਦੀ ਤਾਕਤ ਹੋਵੇ ਜਾਂ ਦੂਸਰੇ ਦਾ ਦਰਦ ਮਹਿਸੂਸ ਕਰ ਸਕਦੇ ਹੋਣ, ਉਹ ਲੋਕ ਸਿਰਫ ਪ੍ਰੋਫੈਸ਼ਨਲੀ ਦਿਮਾਗ ਨਾਲ ਕਿਸੇ ਨੂੰ ਐਡ ਕਰ ਲੈਣਾ, ਉਹ ਮੈਂ ਨਹੀਂ ਚਾਹੁੰਦਾ। ਲੇਕਿਨ ਦਿਲ ਦੀ ਇੱਛਾ ਹੈ ਕਿ ਜਿਹੜਾ ਹੁਣ NGO ਗਰੁੱਪ ਹੈ, ਖੋਲ੍ਹ ਤੁਹਾਨੂੰ ਸਕਾਂ। ਕਿਉਂ ਪਤਾ ਲੱਗਿਆ ਵੀ ਉਹ ਸਾਰੇ ਸਹੀ ਨੇ? ਹੁਣ ਦਾ ਜਿਹੜਾ ਗਰੁੱਪ ਹੈ, ਜਿੱਦਾਂ ਮੇਰੇ ਗਰੁੱਪ ਦੇ ਵਿੱਚ 4000 ਮੁੰਡੇ ਨੇ, ਉਹ ਗਰੁੱਪ ਸਹੀ ਇੰਝ ਕਹਿ ਸਕਦੇ ਹਾਂ 100% ਤਾਂ ਕਦੇ ਵੀ ਨਹੀਂ ਹੁੰਦਾ। ਲੇਕਿਨ ਜਿੰਨੇ ਵੀ ਗਰੁੱਪ ਮੈਂਬਰ ਨੇ, ਜਦੋਂ ਹੁਣ ਦੁਬਈ 'ਚੋਂ ਅਸੀਂ ਕਿੰਨੀਆਂ ਕੁੜੀਆਂ ਕਢਾਈਆਂ ਨੇ, ਕਤਰ 'ਚੋਂ, ਕੁਵੈਤ 'ਚੋਂ, ਓਮਾਨ 'ਚੋਂ, ਬਹਿਰੀਨ 'ਚੋਂ, ਸਾਊਦੀ 'ਚੋਂ, ਉਹ ਜਦੋਂ ਅਸੀਂ ਕਿਸੇ ਨੂੰ ਕੰਮ ਕਹਿ ਦਿੰਦੇ ਹਾਂ, ਰਾਤ ਨੂੰ ਅਗਰ 2 ਵਜੇ ਵੀ ਮੈਸੇਜ ਕੀਤਾ ਹੈ ਕਿ ਵੀ ਆਹ ਧੀ ਭੈਣ ਫਸੀ ਹੈ, ਉਹ 24 ਘੰਟੇ ਤਿਆਰ ਨੇ, ਆਪਣੀ ਗੱਡੀਆਂ ਲੈ ਕੇ ਉਸੇ ਟਾਈਮ ਦੌੜ ਪੈਂਦੇ ਹੈ। ਅੱਛਾ। ਇਹੋ ਜਿਹੇ ਕੇਸ ਵੀ ਹੈ ਨੇ ਕਿ 750 ਕਿਲੋਮੀਟਰ ਅਸੀਂ ਧੀਆਂ ਭੈਣਾਂ ਨੂੰ ਮਤਲਬ ਕੰਬਲਾਂ ਦੇ ਵਿੱਚ ਲੁਕੋ ਕੇ ਤੇ ਐਮਬੈਸੀ ਤੱਕ ਪਹੁੰਚਾਇਆ ਤਾਂ ਕਿ ਉਹਨਾਂ ਨੂੰ ਜਾਨ ਬਚਾਈ ਜਾ ਸਕੇ ਔਰ ਜਿਹੜਾ ਡੇਲੀ ਜੈਨੀ ਔਰ ਮਾਨਸਿਕ ਤਸ਼ੱਦਦ ਹੁੰਦਾ ਹੈ ਉਹਨੂੰ ਬਚਾਇਆ ਜਾ। ਜੀ ਰੰਧਾਵਾ ਸਾਹਿਬ, ਤੁਸੀਂ ਤਾਂ ਸੱਚਮੁੱਚ ਹੀ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ ਕਿ ਇੰਨੇ ਬੰਦਿਆਂ ਨੂੰ ਜੋੜਨਾ ਔਰ ਇਸ ਤਰ੍ਹਾਂ ਦੇ ਨੇਕ ਕੰਮ ਲਈ ਜੋੜਨਾ ਹਰਨੇਕ ਰੰਧਾਵਾ ਦੇ ਹਿੱਸੇ ਹੀ ਆਇਆ। ਸ਼ਾਇਦ ਤੁਸੀਂ ਆਪਣੇ ਨਾਂ ਦੀ ਲਾਜ ਰੱਖ ਰਹੇ ਹੋ ਔਰ ਮੈਂ ਇਹ ਆਸ ਕਰਦਾ ਤੇ ਇਹ ਅਰਦਾਸ ਕਰਦਾ ਰੰਧਾਵਾ ਸਾਹਿਬ ਕਿ ਜੋ ਤੁਸੀਂ ਚਾਹੁੰਦੇ ਹੋ ਤੇ ਚੰਗੇ ਕੰਮ ਲਈ ਜਿਹੜਾ ਹੈ ਤੁਹਾਡਾ ਹਮੇਸ਼ਾ ਵਾਹਿਗੁਰੂ ਜਿਹੜਾ ਹੈ ਮਦਦ ਕਰਦਾ ਤੇ ਤੁਸੀਂ ਵੀ ਆਪਣੇ ਮੰਤਵ ਵਿੱਚ ਸਫਲ ਹੋਵੋ। ਲੇਕਿਨ ਜੋ ਰੰਧਾਵਾ ਸਾਹਿਬ ਨੇ ਤੁਹਾਨੂੰ ਸ਼ੁਰੂ 'ਚ ਦੱਸਿਆ ਉਹ ਮੈਂ ਜ਼ਰੂਰ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਾਉਣਾ ਜਦ ਤੁਹਾਡੇ ਰਾਹੀਂ ਪਿਆਰੇ ਦਰਸ਼ਕੋ ਹੋਰ ਲੋਕਾਂ ਨੂੰ ਕਿ ਇਹ ਜ਼ਰੂਰ ਪਤਾ ਸਾਨੂੰ ਕਿ ਅਨਪਲਾਇਮੈਂਟ ਬਹੁਤ ਹੈ, ਬੇਰੁਜ਼ਗਾਰੀ ਬਹੁਤ ਹੈ, ਗਰੀਬੀ ਬਹੁਤ ਹੈ, ਪਰ ਇਸ ਦੇ ਬਾਵਜੂਦ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਇਹ ਜਿਹੜੇ ਏਜੰਟ ਨੇ ਜਾਂ ਏਜੰਟਾਂ ਦੇ ਅੱਗੇ ਛੱਡੇ ਹੋਏ ਏਜੰਟ ਦੇ ਤੌਰ 'ਤੇ ਔਰਤਾਂ ਵੀ ਨੇ ਬਹੁਤ, ਪਰ ਉਹਨਾਂ ਤੋਂ ਬਚਣ ਦੀ ਲੋੜ ਹੈ। ਇਹਨਾਂ ਦੇ ਗਰੁੱਪ ਜਿਹੜਾ ਹਰਨੇਕ ਰੰਧਾਵਾ ਹੈਲਪਲਾਈਨ ਉਹ ਤੋਂ ਸਲਾਹ ਲਈ ਜਾ ਸਕਦੀ ਹੈ ਤਾਂ ਕਿ ਇਸ ਤਰ੍ਹਾਂ ਦੀ ਐਕਸਪਲਾਇਟੇਸ਼ਨ ਜਾਂ ਸ਼ੋਸ਼ਣ ਤੋਂ
ਬਚਿਆ ਜਾ ਸਕੇ। ਰੰਧਾਵਾ ਸਾਹਿਬ, ਤੁਸੀਂ ਸਾਡੇ ਸਟੂਡੀਓ 'ਚ ਆਏ ਔਰ ਬਹੁਤ ਅਹਿਮ ਤੇ ਗੰਭੀਰ ਜਿਹੜੀ ਹੈ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ।